अस्सलाम वालेकुम जनाब अली वेलकम बैक टू द रिएक्शन वीडियो। मैं एक और रिएक्शन वीडियो लैके आ गया जनाब। तो जी अज की रिएक्शन वीडियो काइंड ऑफ स्पैशल होने वाली है क्योंकि अज आप वेखना तो टाइटल पता लग गया होना है कि अज आप वेखने वाले सिद्धू मूसेवाला की डॉक्यूमेंटरी जी BBC ने रिलीज़ की थी उन्होंने बर्थडे के उत्ते जी आई परसों। ओके तो बाय द वे ਇਹ ਜਿਹੜੀ ਡਾਕੂਮੈਂਟਰੀ ਨਾ ਰਿਲੀਜ਼ ਕੀਤੀ ਹੈ ਆਈ ਥਿੰਕ ਸੋ ਉਹਨਾਂ ਦੇ ਪੇਰੈਂਟਸ ਤੋਂ ਪੁੱਛਣ ਗਿੱਛਣ ਤੋਂ ਬਗੈਰ ਰਿਲੀਜ਼ ਕੀਤੀ ਗਈ ਹੈ। ਉਹਨਾਂ ਦਾ ਦਿਲ ਨਹੀਂ ਆਇਆ ਕਿ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਰਿਲੀਜ਼ ਹੋਈ ਜਾਵੇ, ਐਟਲੀਸਟ ਅਈਏ ਨਾ ਰਿਲੀਜ਼ ਹੋਈ ਜਾਵੇ ਥੋੜ੍ਹੀ ਦੇਰ ਬਾਅਦ ਤਾਂ ਕਿ ਉਹ ਥੋੜ੍ਹਾ ਆਪਣਾ ਜਿਹੜਾ ਕੇਸ ਕੂਸ ਉਹਦਾ ਜਿਹੜਾ ਲੜ ਰਹੇ ਨੇ ਕੋਰਟ ਵੀ ਸਾਰਾ ਸਾਹਿਬ ਉਹਦੇ ਵਿੱਚ ਥੋੜ੍ਹਾ ਪੰਗਾ ਪਾ ਸਕਦੀ ਆਈ। ਨਾਲੇ ਉਹਨਾਂ ਦਾ ਮੈਨੂੰ ਲੱਗਦਾ ਦਿਲ ਵੀ ਆਇਆ ਕਿ ਜਿਹੜੀ ਡਾਕੂਮੈਂਟਰੀ ਹੈ ਇਹ ਸਿੱਧੂ ਮੂਸੇਵਾਲੇ ਦੇ ਆਪਣੇ ਚੈਨਲ 'ਤੇ ਆਈ ਥਿੰਕ ਸੋ ਰਿਲੀਜ਼ ਹੋਣੀ ਚਾਹੀਦੀ ਹੈ ਵੀ ਆਈ ਥਿੰਕ ਸੋ ਅਤੇ ਇਹ ਵੀ ਉਹਨਾਂ ਦਾ ਦਿਲ ਆਇਆ। ਯੂ ਨੋ ਦੇ ਕੈਨ ਮੇਕ ਸਮ ਪ੍ਰੋਫਿਟ ਆਫ ਆਫ ਇਟ। ਜਿਹੜਾ ਉਹਨਾਂ ਦਾ ਮੈਨੂੰ ਲੱਗਦਾ ਹੱਕ ਬਣਦਾ ਵੀ ਉਹਨਾਂ ਦੇ ਪੁੱਤਰ ਦੇ ਉੱਤੇ ਡਾਕੂਮੈਂਟਰੀ ਬਣ ਰਹੀ ਹੈ ਆਈ ਗੈਸ ਯੂ ਨੋ ਉਹਨਾਂ ਦੇ ਪੁੱਤਰ ਦੇ ਕਿਆ ਕਹਿੰਦਾ ਚੈਨਲ ਦੇ ਉੱਤੇ ਕਾਈਂਡ ਆਫ ਡਾਕੂਮੈਂਟਰੀ ਆਉਣੀ ਚਾਹੀਦੀ ਹੈ। ਬਟ BBC ਵਰਲਡ ਸਰਵਿਸ ਦੇ ਵੱਲੋਂ ਬਾਏ ਦਾ ਵੇ ਇਹ ਡਾਕੂਮੈਂਟਰੀ ਆਈ ਗਈ ਹੈ ਅਤੇ ਤੁਸੀਂ ਵੇਖ ਸਕਦੇ ਹੋ। ਅਤੇ ਇਹਦੇ 2 ਪਾਰਟ ਨੇ ਆਈ ਥਿੰਕ ਸੋ। ਅਤੇ ਦ ਕਿਲਿੰਗ ਕਾਲ ਐਪੀਸੋਡ 1 ਜਿਹੜੀ ਆਪਾਂ ਅੱਜ ਵੇਖਾਂਗੇ ਸਿੱਧੂ ਮੂਸੇਵਾਲਾ ਐਂਡ ਦੀ ਮਰਡਰ ਦੈਟ ਸ਼ੁਕ ਇੰਡੀਆ। ਓਕੇ ਹੋ ਗਿਆ। ਇਹ ਮੈਂ ਦੱਸਦਾ ਇਹਦੇ ਵਿੱਚ ਆਈ ਡੋਂਟ ਨੋ ਕਿਆ ਕਹਿੰਦਾ ਹੈ ਕੀ ਹਿਸਾਬ ਹੋਣ ਵਾਲਾ, ਕਿਹੜੀ ਲੈਂਗੁਏਜ ਆਉਣ ਵਾਲੀ ਹੈ, ਹਿੰਦੀ ਵਿੱਚ ਆਉਣ ਵਾਲੀ ਹੈ, ਪੰਜਾਬੀ ਵਿੱਚ ਆਉਣ ਵਾਲੀ ਹੈ ਜਾਂ ਕਿਹੜੇ ਲੈਂਗੁਏਜ ਵਿੱਚ ਆਉਣ ਵਾਲੀ ਹੈ। ਅਤੇ ਕਾਫੀ ਲੋਕ ਇਹ ਵੀ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਨੂੰ ਜਿਹੜੇ ਲੋਕਾਂ ਨੇ ਕਾਈਂਡ ਆਫ ਧੋਖਾ ਦਿੱਤਾ ਹੈ ਜਾਂ ਜਿਹੜੇ ਉਹਦੀ ਟੀਮ ਵਿੱਚੋਂ ਬਾਹਰ ਹੋ ਗਏ ਥੋੜ੍ਹੇ ਟਾਈਮ ਤੋਂ ਬਾਅਦ ਉਹਨਾਂ ਦਾ ਵੀ ਇਹਦੇ ਵਿੱਚ ਕਾਈਂਡ ਆਫ ਇੰਟਰਵਿਊ ਲਿਆ ਗਿਆ, ਉਹਨਾਂ ਕੋਲ ਵੀ ਗੱਲਾਂ ਬਾਤਾਂ ਪੁੱਛਾਂ ਗਈਆਂ ਨੇ ਵਿਚ ਇਜ਼ ਕਾਈਂਡ ਆਫ ਸਟੂਪਿਡ ਆਈ ਥਿੰਕ ਸੋ। ਸੋ ਵੈਸਿਆਂ ਟਾਈਪ ਵਾਲਾ ਗੱਲਾਂ ਹੋਈਆਂ ਨੇ। ਸੋ ਡੋਂਟ ਟੇਕ ਦਿਸ ਡਾਕੂਮੈਂਟਰੀ ਲਾਈਕ 100% ਯੂ ਨੋ ਸੀਰੀਅਸ ਸਮਝ ਗਏ ਹੋ ਨਾ, ਵੈਸਾ ਹਿਸਾਬ ਨਹੀਂ। ਸੋ ਵੇਖਦੇ ਹਾਂ ਕੈਸਾ ਨਾ ਕੰਮ ਕੀਤਾ ਹੈ, ਕੀ ਵਹਾਵਣ ਦੇ ਸਾਨੂੰ ਕੈਸਾ ਹਿਸਾਬ ਉਹਦਾ ਮਾੜਾ ਮੋਟਾ ਓਵਰਆਲ ਕਾਈਂਡ ਆਫ ਸਟੋਰੀ ਸਾਨੂੰ ਪਤਾ ਹੀ ਹੈ। ਆਮ ਸ਼ੋਰ ਜੇ ਤੁਸੀਂ ਵੇਖ ਰਹੇ ਹੋ ਡਾਕੂਮੈਂਟਰੀ ਆਮ ਸ਼ੋਰ ਤੁਹਾਨੂੰ ਮਾੜਾ ਮੋਟਾ ਓਵਰਆਲ ਸਿੱਧੂ ਮੂਸੇਵਾਲੇ ਦੀ ਮਰਡਰ ਕੇਸ ਬਾਰੇ ਮਾੜਾ ਮੋਟਾ ਪਤਾ ਹੀ ਹੋਣਾ। ਬਟ ਵੇਖਦੇ ਹਾਂ ਇਹ ਸਾਨੂੰ ਕੋਈ ਨਵੀਆਂ ਯੂ ਨੋ ਨਵੀਆਂ ਚੀਜ਼ਾਂ ਦੱਸਦੇ ਨੇ ਕਿ ਨਹੀਂ। ਲੈਟਸ ਸੀ investigations, okay? Okay, he's about to performance ਕਰਨ ਲਿਆ ਢੋਲ ਸ਼ੋਲ ਵੱਜ ਰਹੇ ਨੇ। When I first started to play Sidhu Moosewala, I remember just being entranced. Who is this guy? Oh, this dude, he's man. a bad boy lyricist. He's an amazing performer. And he's none other than He is none other than Sidhu Moosewala. Hey, golly. He really broke through the barrier of the Western world. True. And it really helped the music to grow. Punjab has not seen something like this at least in the last 20-25 years. ਬਿਲਕੁਲ। ਤੇ ਅਗਲੇ 20-25 ਸਾਲਾਂ ਤੱਕ ਐਸੀ ਚੀਜ਼ ਆਵਣੀ ਵੀ ਨਹੀਂ, ਸਮਝ ਰਹੇ ਹੋ ਨਾ। 20-25 ਸਾਲਾਂ ਤੱਕ ਕਿਸੇ ਨੇ ਪੰਜਾਬ ਵਿੱਚੋਂ ਕੋਈ ਐਸਾ ਸਿੰਗਰ ਨਹੀਂ ਆਇਆ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਆਮ ਸ਼ੋਰ ਅਗਲੇ 20-25 ਸਾਲਾਂ ਤੱਕ ਆਵੇਗਾ ਵੀ ਨਹੀਂ। As soon as the politics came in, That's when the problem started, I think so. as soon as he started singing about life in the pen, but also the culture of power in India, I suddenly realized, wow, this guy is the nearest thing we have to a modern day poet. True, You know, dude. he was a revolutionary. ਇਹ ਬੰਦਾ ਕੌਣ ਹੈ? ਬਾਈ ਦਾ ਵੇ ਸੋਰੀ ਇਹਨਾਂ ਬਾਰੇ ਮੈਨੂੰ ਨਹੀਂ ਪਤਾ, ਇਹਨਾਂ ਦਾ ਮੈਨੂੰ ਨਹੀਂ ਪਤਾ। ਮੈਨੂੰ ਕਮੈਂਟ ਵੀ ਦੱਸਿਓ, ਮੇ ਵੀ ਅੱਗੇ ਸਾਨੂੰ ਦੱਸ ਦੇਣਾ ਕੌਣ ਆ ਜਿਹੜੇ ਬਾਰੇ ਜਿਹੜੀਆਂ ਗੱਲਾਂ ਕਰ ਰਹੇ ਆ। ਬਟ ਇਹਨਾਂ ਨੂੰ ਮੈਂ ਪਹਿਲਾਂ ਵੇਖਿਆ ਨਹੀਂ। He spoke truth to power. ਜਿਹੜੇ ਇਸ਼ੂਜ਼ ਉਹ ਦਿਸ ਗਾਏ ਇਹਨੇ ਇੰਟਰਵਿਊ ਲਏ ਇਸ ਬੰਦੇ ਨੇ ਇੰਟਰਵਿਊ ਵੀ ਕੀਤੇ ਆ ਸਿੱਧੂ ਮੂਸੇਵਾਲਾ ਜਦੋਂ ਜ਼ਿੰਦਾ ਹੈ। ਮੈਨੂੰ ਲੱਗਦਾ 1-2 ਇੰਟਰਵਿਊ ਸਿੱਧੂ ਮੂਸੇਵਾਲੇ ਨੇ ਇਹਨਾਂ ਨਾਲ ਕੀਤੇ। ਮੈਨੂੰ ਲੱਗਦਾ ਇੱਕ UK ਵਿੱਚ ਕੀਤਾ ਆ ਜਾਂ ਇੱਕ ਪਿੰਡ ਵਿੱਚ ਕੀਤਾ ਜਾਂ ਦੋਵੇਂ ਪਿੰਡ ਵਿੱਚ ਕੀਤੇ ਆਏ। ਬਟ ਆਈ ਰਿਮੈਂਬਰ ਮੈਂ ਇੰਟਰਵਿਊ ਵੇਖੇ ਵੀ ਨੇ। ਉਸ ਦੇ ਉੱਤੇ ਪੰਜਾਬ 'ਚ ਗੱਲ ਕਰਨ ਤੋਂ ਲੋਕ ਡਰਨ ਲੱਗ ਗਏ ਸੀ। ਹੁਣ ਉਹ ਬੇਪਰਵਾਹ ਹੋ ਗਿਆ ਸੀ ਇਸ ਗੱਲ ਤੋਂ। ਉਹਨੇ 50 ਸਾਲ ਦੀ ਜ਼ਿੰਦਗੀ 5 ਸਾਲ This guy is he's like a film director, like a music video director. ਇਹਦਾ ਕੀ ਨਾਂ ਆਇਆ? I think so he's from T-Dot Films team, I think so. but ਮੈਨੂੰ ਨਾਂ ਨਹੀਂ ਯਾਦ ਆ ਰਿਹਾ ਲਾਈਕ ਬਟ ਇਹਨਾਂ ਦੀ ਵੀਡੀਓਜ਼ ਇਹਨਾਂ ਕਾਫੀ ਕੰਮ ਕੀਤੇ ਆ ਸਿੱਧੂ ਮੂਸੇਵਾਲਾ ਦੇ ਨਾਲ। ਜੀ ਕੀ ਗਿਆ ਟਰੂ ਯਾਰ। ਇੰਨੀ ਫਾਸਟ ਜੀਂਦਾ ਦੇਖਿਆ ਸਿੱਧੂ ਤਾਂ ਇੱਕ ਜਿੱਦਾਂ ਕਹਿੰਦੇ ਤੂਫਾਨ ਸੀ
ਤੂਫਾਨ ਦੀ ਉਮਰ ਛੋਟੀ ਹੁੰਦੀ ਆ। ਓ ਬਾਲਾ ਚ ਨਹੀਂ ਤੂਫਾਨ ਰਹਿੰਦਾ, ਪਰ ਜਦੋਂ ਆਉਂਦਾ ਸਾਰਿਆਂ ਨੂੰ ਹਿਲਾ ਕੇ ਜਾਂਦਾ। ਟਰੂ ਯਾਰ। ਯਾਰ ਇੱਕ ਚੀਜ਼ ਸੌਰੀ ਯਾਰ ਮੈਂ ਬਹੁਤ ਜ਼ਿਆਦਾ ਪਾਸ ਕਰ ਰਿਹਾ ਮੇ ਵੀ ਮੈਂ ਕਰ ਯਾ ਦੇਰ ਯੂ ਗੋ T.Films ਸੋ ਯਾਰ ਜਿਹੜੇ ਪਿੱਛੇ ਮੈਂ ਜਿਹਨਾਂ ਮੈਂ ਗੱਲ ਕਰ ਰਿਹਾ T.Films ਉਹ T.Films ਵਾਲੇ ਯਾਰ ਬਟ ਸੌਰੀ ਮੈਂ ਪਾਸ ਕਰ ਰਿਹਾ ਬਹੁਤ ਜ਼ਿਆਦਾ ਬਟ ਯੂ ਨੋ ਲਾਈਕ ਦੇਰ ਇਜ਼ ਲੋਟ ਆਫ ਸਟਫ ਗੋਇੰਗ ਔਨ ਜਿਹੜਾ ਸਾਨੂੰ ਵਿਖਾ ਰਿਹਾ ਨਵੀਆਂ ਕਲਿੱਪਸ ਵਿਖਾ ਰਿਹਾ ਸਿੱਧੂ ਦੀਆਂ ਜਿਹੜੀਆਂ ਆਪਾਂ ਸਹੀ ਕਲੀਅਰ ਨਹੀਂ ਵੇਖੀਆਂ ਪਹਿਲਾਂ। ਆਈ ਲਾਈਕ ਦੈਟ ਟੂ ਕਿੰਚ ਇੰਜ ਦੀਆਂ ਪਹਿਲਾਂ ਜਿਹੜੀਆਂ ਵਿਖਾਈਆਂ ਨੇ ਸ਼ੋਅ ਤੋਂ ਪਹਿਲਾਂ ਥੋੜ੍ਹਾ ਕਾਇੰਡ ਆਫ ਬਿਹਾਈਂਡ ਦਾ ਸੀਨਸ ਵਾਲਾ ਹਿਸਾਬ ਯੂ ਨੋ। ਦੁਨੀਆ 'ਚ ਜਿੰਨੇ ਵੀ ਲੋਕ ਰਬੇਲੀ ਇਹ ਉਹ ਗਾਣਾ ਜਿਹੜਾ ਆ ਦੁਨੀਆ ਨੇ ਉਹਨਾਂ ਨੂੰ ਜੀਣ ਥੋੜੀ ਦਿੱਤਾ। ਟਰੂ ਯਾਰ ਉਹ ਹੈ ਤੇਜੀ ਸੰਧੂ। He was just too good यार। Oh no यार ਇਹ ਜੜੂਆਂ ਸਾਰੀਆਂ ਵੀਡੀਓਆਂ ਬੁਲਾਓ ਪਹਿਲਾਂ ਹੈ। ਨਹੀਂ ਯਾਰ ਉਹ ਤਾਂ ਸ਼ੁਦਾ ਥਾਂ ਤੇ ਹੀ ਮਰ ਗਿਆ ਆ ਯਾਰ। ਮੈਂ ਕਿਹਾ ਬਸ ਕਰਿਆ ਕਰ, ਉੱਦਾਂ ਹੀ ਹੋਣੀ ਆ ਖਬਰ। ਮੈਂ ਤਾਂ ਹਲੇ ਹੁਣ ਗੱਲ ਹੋਈ ਉਹਨਾਂ 5 ਘੰਟੇ ਪਹਿਲਾਂ। Oh man, this day was sad for even for me, everybody man. I remember it was Sunday, ਮੈਨੂੰ ਬੜਾ ਸਹੀ ਯਾਦ it was Sunday ਮੈਂ ਥੋੜਾ ਲੇਟ ਉੱਠਿਆ ਆਇਆ ਤੇ then my sister sent me a message ਕਿ ਉਹ ਜਿਹੜੀ ਖਬਰ ਆਈ ਉਹਦੀ ਕਾਈਂਡ ਆਫ ਸਕਰੀਨਸ਼ਾਟ ਲੈ ਕੇ ਉਹਨੇ ਸੈਂਡ ਕੀਤਾ। I was like no way, like why, like what are you like, what do you mean by this, you know। ਫਿਰ ਮੈਂ ਆਪੂ ਇੰਸਟਾਗ੍ਰਾਮ 'ਤੇ ਗਿਆ ਦੈਨ ਸਮ ਪੀਪਲ ਆਰ ਸੈਂਡਿੰਗ ਮੀ ਰੀਲਸ ਅਤੇ ਮੈਸੇਜ ਵੀ ਇੰਸਟਾਗ੍ਰਾਮ 'ਤੇ ਥੋੜ੍ਹੇ ਆ ਰਹੇ ਕਿ ਇੱਧਰ ਉੱਧਰ ਦੈਨ ਆਈ ਸਾ ਦਾ ਰੀਲਸ ਅਤੇ ਫਿਰ ਮੈਂ ਕੁਝ ਵੀਡੀਓਜ਼ ਵੇਖੀਆਂ ਜੀਪ ਦੇ ਕੋਲੋਂ ਜਿਹੜੀਆਂ ਲੋਕਾਂ ਨੇ ਕੁਝ ਬਣਾਈਆਂ ਆ ਦੈਨ ਆਈ ਵਾਸ ਲਾਈਕ ਬਰੋ ਵਾਟ ਦਾ ਹੈਲ। It was a sad day, dude. This is the biggest killing that has happened in the last few decades in Punjab. True, yaar. Sidhu Moosewala's death has changed an entire paradigm. Canada-based gangster Goldie Brar admitting that he is the one who ordered the hit on Sidhu Moosewala. Fuck him, man. यार मैं देखी है वीडियो। पंजाब पुलिस के मुताबिक ये आपसी रंजिश का पूरा मामला बताया जा रहा है और हमले में लॉरेंस बिश्नोई गैंग शामिल है। ਤੁਹਾਨੂੰ ਪਤਾ ਹੋਣਾ ਹੈ ਇਹ ਸਾਰਾ ਪੋਲੀਟੀਕਲ ਗੇਮ ਆਈ ਪੋਲੀਟੀਕਲ ਸਾਰਾ ਹਿਸਾਬ ਆਇਆ ਅੰਦਰੋਂ ਪੋਲੀਟਿਕਸ ਵਿੱਚੋਂ ਹੀ ਕਿਸੇ ਨੇ ਕੰਮ ਕਰਾਇਆ ਆ ਤੇ ਕਰਾਇਆ ਵੀ ਹੈ। ਇਹ ਸਾੜੀ ਦਾ ਇਹ ਤਾਂ ਕਿਉਂ ਨਹੀਂ ਮਾਰਿਆ ਗਿਆ ਇਸ ਹਾਲ ਪੋਲੀਟਿਕਸ ਐਂਡ ਸ਼ਿਟ ਮੈਨ ਯੂ ਨੋ। ਉਹਨਾਂ ਦਿਲ ਹੈ ਕਿਉਂਕਿ ਸਿੱਧੂ ਮੂਸੇਵਾਲਾ ਵੜ ਗਿਆ ਆ ਪੋਲੀਟਿਕਸ ਦੇ ਵਿੱਚ ਐਂਡ ਹੀ ਰੀਅਲੀ ਵਾਂਟਡ ਟੂ ਫਾਈਟ ਫਾਰ ਪੰਜਾਬ ਯੂ ਨੋ ਮਤਲਬ ਪੰਜਾਬ ਨੂੰ ਕਾਫੀ ਉੱਤਾਂ ਲਿਆਉਣ ਲਈ ਯੂ ਨੋ ਆਲ ਦੈਟ ਉਹਦੇ ਲਈ ਕਾਈਂਡ ਆਫ ਲੜਨ ਲੱਗ ਪਿਆ। ਦੈਨ ਆਫ ਕੋਰਸ ਦੂਜਿਆਂ ਨੂੰ ਥੋੜ੍ਹੀ ਦਰਦ ਹੋਈ ਮਿਰਚ ਲੜੀ ਤੇ ਇਟ ਵਾਜ਼ ਆਲ ਯੂ ਨੋ। ਉਹਨਾਂ ਆਖਿਆ ਭਾਈ ਕੰਮ ਕਰ ਦੋ ਅਸੀਂ ਇਹਦੇ ਲਾਉਂਦੇ ਹਾਂ ਗਾਰਡ ਗੂਡ ਲਾਉਂਦੇ ਹਾਂ ਇਹਦੇ ਨਾਲ ਜਿਹੜੇ ਪੁਲਿਸ ਵਾਲੇ ਹੁੰਦੇ ਆਏ ਉਹਨਾਂ ਨੂੰ ਲਾਉਂਦੇ ਹਾਂ ਉਸ ਦਿਨ ਤੁਸੀਂ ਜਾਈਓ ਤੇ ਕੰਮ ਕਰ ਦਿਓ ਉਹੀ ਹੋਇਆ ਬਿਲकुल। It's all inside game, everybody knows. हमारे पास गोल्डी ब्राड is one of the most important person जो अभी तक absconding है. So dumb. A global kind of a conspiracy. There was never any mystery around who killed Sidhu Moosewala. The mystery was about why. But the problem is, no one wants to talk about it. डरे ने यार डरे ने साड़ी In Sidhu's case, people are afraid. No one wants to speak up because it involves gangsters. Right. Because on threat lab jane. So why are you investigating this? Who is she though? Because I'm a journalist, because I'm Punjabi, and because for such a high-profile killing, there's almost like a wall of silence around the case. Because the facts are not out in the open. There's too much hearsay, too many rumors coming in. There is a atmosphere of fear. Yes. True. People are afraid. But journalists can't hide from stories because of fear. We protect our sources. We've hidden identities. But Sidhu's story, it matters. Okay. ਇਹਨਾਂ ਦੀ ਡਾਕੂਮੈਂਟਰੀ ਕਰੋ ਹੀ ਨਾ ਕਿਉਂਕਿ ਬਹੁਤ ਪ੍ਰੋਬਲਮ ਆ। ਇਹ ਗੈਂਗਸਟਰਾਂ ਦੀ ਗੱਲ ਕਰੋ ਹੀ ਨਾ ਬੜਾ ਹੀ ਡਰ ਲੱਗਦਾ ਹੈ। Like ਇਹ ਵੀ ਸੱਚ ਹੈ ਯਾਰ। The Killing Call episode 1 okay ये तक I don't know ठीक चल रही है डॉक्यूमेंट्री नथिंग मूसा पिंड आ गया भाई
ਮਾਨਸਾ ਪੰਜਾਬ ਇੰਡੀਆ ਓਕੇ ਇਟਸ ਰੀਅਲੀ ਵੈਲ ਡਾਕੂਮੈਂਟਡ ਆਈ ਥਿੰਕ ਸੋ ਜਿੱਥੇ ਬੱਸ ਤੱਕ ਨਹੀਂ ਸੀ ਹੁੰਦੀ ਮੈਂ ਉਸ ਪਿੰਡ ਚੋਂ ਆਇਆ ਆਈ ਰਿਮੈਂਬਰ ਦਿਸ ਬਹੁਤ ਪਿੱਛੇ ਸੀ ਟਿੱਬਿਆਂ ਦੇ ਪੁੱਤ ਗਾਣੇ ਵਿੱਚ ਐਂਡ ਦੇ ਵਿੱਚ ਮੈਨੂੰ ਆਈ ਥਿੰਕ ਸੋ ਇਹ ਲਾਈਨ ਅ ਕਾਈਂਡ ਆਫ ਵੌਇਸ ਓਵਰ ਕਾਈਂਡ ਆਫ ਯੂਜ਼ ਕੀਤੀ ਗਈ ਹੈ ਵਾਟ ਅਮੇਜ਼ਿੰਗ ਮਤਲਬ ਲਾਈਨਸ ਵਾਟ ਹੀ ਸੇ ਯੂ ਨੋ ਇਹ ਮੇਰੀ ਲਾਈਫ ਤੁਹਾਨੂੰ ਚੰਗੀ ਲੱਗ ਰਹੀ ਵੀ ਹਾਂ ਇਹ ਬੰਦਾ ਜ਼ੀਰੋ ਤੋਂ ਕਿਸੇ ਪੁਆਇੰਟ ਤੇ ਫਿਗਰ ਆਊਟ ਹੋ ਰਿਹਾ ਜੇ ਮੈਂ ਅੱਜ ਇੰਨੀ ਭੀੜ ਚੋਂ ਨਿਕਲ ਕੇ ਕਿਤੇ ਖੜਾਂਗਾ ਤਾਂ ਮੇਰਾ ਲੋਟ ਆਫ ਹਾਰਡ ਵਰਕ ਹੈ ਲੋਕਾਂ ਲਈ ਬਣ ਗਿਆ ਸੀ ਸਿੱਧੂ ਮੂਸੇਵਾਲਾ ਸਾਡੇ ਲਈ ਸ਼ੁਭਦੀਪ ਸਿੱਧੂ ਸੀ ਰਾਈਟ ਫਰੈਂਡ ਤੇ ਬਟ ਜੋ ਅਸੀਂ ਟਾਈਮ ਸਪੈਂਡ ਉਸ ਤੋਂ ਪਹਿਲਾਂ ਕਰਿਆ ਸੀਗਾ ਕਾਲਜ ਟਾਈਮ ਜਾਂ ਫਿਰ ਜੋ ਵੀ ਸੀਗਾ ਲਾਈਕ So college friend for us. True. ਵੱਡੇ ਭਰਾ ਵਾਂਗੂ ਟ੍ਰੀਟ ਕਰਦਾ ਸੀਗਾ ਕਿਉਂਕਿ ਮੇਰੇ ਤੋਂ 1 ਸਾਲ ਸੀਨੀਅਰ ਸੀ ਓਕੇ ਸਾਡਾ ਪਿੰਡ ਵੀ ਪਿੱਛੋਂ ਮਾਨਸਾ ਤੋਂ ਸੀਗਾ ਤੇ ਉਹ ਵੀ ਅਸੀਂ ਮਾਨਸਾ ਵਾਲੇ ਸਾਡੀ ਬੋਲੀ ਇੱਕੋ ਜਿਹੀ ਮੇਰੇ ਲਈ ਤਾਂ ਸਾਰਿਆਂ ਤੋਂ ਵਧੀਆ ਮੈਂ ਕਹਿੰਦਾ ਵੀ ਜੇ ਦੁਨੀਆ ਦੀ ਸਵਰਗ ਹੋਊਗੀ ਪਲੇਸ ਤਾਂ ਉਹ ਹੈਗੀ ਮੈਨੂੰ ਇਹੀ ਸੀ ਜਿੱਥੇ ਮੈਂ ਜਾਵਾਂ ਜਿੱਥੇ ਸ਼ੁਭਦੀਪ ਉੱਥੇ ਪਿੰਡ ਜਾਵੇ ਉਹਦਾ ਪਿੰਡ ਜਾਵੇ ਨਾਲ ਕੀ ਬਾਤ ਇਹੀ ਕਾਰਨ ਹੈ ਵੀ ਸਿੱਧੂ ਮੂਸੇਵਾਲਾ ਉਹ ਸਿੱਧੂ ਦਾ ਬੁਲਟ ਸੀਗਾ ਉਹ ਤੇ ਮੈਂ ਡਰਾਈਵ ਕਰ ਰਿਹਾ ਹੁੰਦਾ ਤੇ ਪਿੱਛੇ ਬਹਿ ਜਾਂਦਾ ਮੈਂ ਜੀ ਉਹਨੂੰ ਗੱਲ ਕਰਨ ਲੱਗਦਾ ਜਾਂ ਬੋਲਣ ਲੱਗਦਾ ਪੁੱਛਣ ਲੱਗਦਾ ਮੈਨੂੰ ਟੋਕਦਾ ਨਹੀਂ ਕਹਿੰਦਾ ਮੈਨੂੰ ਬੁਲਾ ਨਾ ਗਾਣਾ ਸੋਚ ਰਿਹਾ ਮੈਨੂੰ ਗਾਣਾ ਆ ਰਿਹਾ ਮੈਂ ਸੋਚ ਰਿਹਾ bro was like I always writing and ਮੈਂ 5ਵੀਂ ਕਲਾਸ ਸੀਗਾ ਜਦੋਂ ਮੈਂ ਵਾਰ ਗਾਉਂਦਾ ਹੁੰਦਾ ਸੀ ਅੱਛਾ ਬੰਦਾ ਸਿੰਘ ਬਹਾਦਰ ਦੀ ਵਾਰ ਉਦਮ ਸਿੰਘ ਨੇ ਮੈਂ ਫੋਕ ਕੰਪੀਟੀਸ਼ਨ ਲੜੇ ਉਹਦੇ ਅੰਦਰ ਪੈਸ਼ਨ ਸੀਗਾ 뮤직 ਨੂੰ ਲੈ ਕੇ ਬਹੁਤ ਜ਼ਿਆਦਾ ਉਹ ਚਾਹੁੰਦਾ ਸੀ ਦਿਲੋਂ ਦੀ ਫਿਰ ਉਹਨੇ ਹਿੰਡ ਬਣਾ ਲਈ ਅੱਡ ਕੇ ਖੁਦਾ ਦੇ ਅੱਗੇ ਪੱਲਾ ਚੰਗਾ ਮੈਂ ਤੇਰੀ ਖੈਰ ਮੰਗਦੀ ਆ ਏ ਤੇਰੀ ਖੈਰ ਮੰਗਦੀ ਹਾਏ ਮੈਂ ਤੇਰੀ ਖੈਰ ਮੰਗਦੀ ਹੋ ਤੈਨੂੰ ਉਮਰ ਲਾ ਦੇਵੇ ਮੇਰੀ ਅੱਲਾ ਉਮਰ ਲਾ ਦੇਵੇ ਮੇਰੀ ਅੱਲਾ ਚੰਗਾ ਮੈਂ ਤੇਰੀ ਖੈਰ ਮੰਗਦੀ ਆ ਕੀ ਬਾਤ ਹੈ even tabla guys good yaar all of them ਹਾਏ ਮੈਂ ਤੇਰੀ ਖੈਰ ਮੰਗਦੀ hell yeah nice ਬਾਅਦ ਦੇ ਵਿੱਚ ਉਦੋਂ ਹਜੇ ਇਹ ਸਭ ਕੁਝ ਲਿਖਣ ਤੋਂ ਪਹਿਲਾਂ ਕੀ ਹੋਇਆ ਸੀਗਾ ਵੀ ਸਿੱਧੂ ਲਿਰਿਕਸ ਲੈਣ ਗਿਆ ਸੀਗਾ ਰਾਈਟਰ ਕੋਲੇ ਤੁਰਿਆ ਫਿਰਦਾ ਰਿਹਾ ਵੀ ਬਾਈ ਦੇ ਦੋ ਇਹ ਵੀ ਸਟੋਰੀ ਬਾਰੇ ਮਾੜਾ ਮੋਟਾ ਮੈਨੂੰ ਪਤਾ ਹੈ ਚੰਡੀਗੜ੍ਹ ਸੀ ਮੈਂ ਗੇਟ ਦੀ ਤਿਆਰੀ ਕਰ ਰਿਹਾ ਸੀ ਬਾਈ ਕਹਿੰਦਾ ਆ ਜਾ ਪਿੰਡ ਆ ਜਾ ਮੈਂ ਪਿੰਡ ਵੀ ਚਲਾ ਗਿਆ ਆਈ ਨੋ ਦਿਸ ਸਟੋਰੀ ਉੱਥੇ ਮੀਂਹ ਪੈ ਰਿਹਾ ਸੀ ਅੱਛਾ ਜੀ ਬਹੁਤ ਜ਼ਿਆਦਾ ਪਿੰਡ ਦੀ ਪ੍ਰਚੱਤੀ ਵੀ ਸੀਗੀ ਉੱਥੇ ਮੀਂਹ ਪਈ ਜਾਂਦਾ ਮਾਂ ਬਾਈ ਆ ਜਾ ਕਹਿੰਦਾ ਬਾਈ ਯਾਰ ਮੀਂਹ ਪੈ ਰਿਹਾ ਯਾਰ ਤੂੰ ਚਲਾ ਜਾ ਕਾਈਂਡ ਆਫ ਉਹਨੂੰ ਹਿਊਮਿਲੀਏਟ ਜਿਹਾ ਕਰਤਾ ਉੱਥੇ ਉਹਨੂੰ ਉਸ ਚੀਜ਼ ਦਾ ਗੁੱਸਾ ਵੀ ਚੜਿਆ ਹੁੰਦਾ ਵੀ ਹੈ ਮੀਂਹ 'ਚ ਭਿੱਜੀ ਜਾਵਾਂ ਅੱਖਾਂ 'ਚੋਂ ਪਾਣੀ ਆਈ ਜਾਵੇ ਵੀ ਯਾਰ ਗਲਤ ਹੋ ਗਿਆ ਕੰਮ ਅੱਜ ਸਹੁੰ ਖਾਧੀ ਹੈ ਨਾ ਕਿਸੇ ਦਾ ਲਿਖਿਆ ਗਾਵਾਂ ਤੇ ਭਲਾ ਨਹੀਂ ਬਣ ਜਾ ਭਲਾ ਨਹੀਂ ਫੇਲ ਹੋ ਜਾ ਆਪ ਦਾ ਲਿਖੂੰਗਾ ਕੀ ਬਾਤ ਹੈ ਉਦੋਂ ਹਜੇ ਕੁਝ ਵੀ ਨਹੀਂ ਸੀਗਾ ਲਾਈਕ ਬਟ ਸਿੱਧੂ ਮੂਸੇਵਾਲਾ ਐਟੀਟਿਊਡ ਉਹਦੇ 'ਚ ਹੈਗਾ ਸੀ ਪਹਿਲੇ ਦਿਨ ਸਿੱਧੂ ਜਿਹੜਾ ਮੂਸੇਵਾਲਾ ਕਰੈਕਟਰ ਹੈ ਨਾ ਦੇਖੋ ਉਹਦੇ ਦਿਮਾਗ 'ਚ ਹੀ ਸੀ ਪਹਿਲੇ ਦਿਨੋਂ ਅੰਦਰ ਹੀ ਸੀ ਉਹਦੇ ਖੁਸ਼ ਹੋ ਗਏ ਉਹ ਬੜੀ ਤੇਜ਼ ਆ ਰਹੇ ਹੋ ਸਰ ਮੇਰਾ ਵੀ ਖਿਆਲ ਰੱਖੋ ਇਹ ਸਟਾਰਟ ਹੈ ਭਾਜੀ ਆ ਜਾਓ Okay. Bro, I really like these types of video ਕਿ ਜਿੱਥੇ behind the scene ਵਹਾਏ ਜਾ ਰਹੇ ਆ full on ਚੱਲਦੇ ਰਹੋ ਆ ਜਾਓ ਓਏ ਗਲਤ ਆ ਗਏ ਕੋਈ ਨਹੀਂ ਬਿਲਕੁਲ ਚਲੋ ਤੁਸੀਂ ਨੂੰ ਟੈਨਸ਼ਨ ਤੇ ਰੱਖ ਗਏ ਤੁਸੀਂ ਹਾਂ ਬਸ ਰੱਜ ਕੇ ਕਾਫੀ ਉਦੋਂ ਇੰਜੋਏ ਕਰਿਆ ਸੀ ਤਾਂ ਸ਼ੂਟ ਤੇ ਜੋ ਵੀ ਅਸੀਂ ਕਰ ਸਕਦੇ ਸੀਗੇ ਜੋ ਵੀ ਸਾਨੂੰ ਨਹੀਂ ਸੀ ਪਤਾ ਉਦੋਂ ਉਹ ਨਹੀਂ ਸੀ ਜੋ ਦਿਲੋਂ ਆਪ ਚਾਹੁੰਦਾ ਸੀ ਉਹ ਇੱਕ ਆਰਟਿਸਟ ਬਣਨਾ ਚਾਹੁੰਦਾ ਸੀ ਪਹਿਲੇ ਦਿਨ ਉੱਥੇ ਨਹੀਂ ਪੁੱਛ ਹੁੰਦੀ ਹੈ ਬਿਲੀਵ ਕਰਦਾ ਸੀਗਾ ਵੀ ਨਹੀਂ ਵੀ ਹੈ ਨਾ ਵੀ ਮੈਂ ਕਿਹਾ ਨਹੀਂ ਜਦੋਂ ਵੀ ਬਣੂਗਾ ਕੁਛ ਮੈਂ ਕਿਹਾ ਯਾਰ ਵੀ ਕੋਈ ਚੱਕਰ ਨਹੀਂ ਮੈਂ ਕਿਹਾ ਵੀ ਖਿੱਚੀ ਚੱਲ ਵੀ ਸਭ ਕੁਝ ਵਧੀਆ ਹੋਊਗਾ ਹੈ ਨਾ
Okay, I guess he came to Canada, huh? The chances are, if you're leaving the Pind, which, you know, the rural areas of the Punjab, you're going to go where the other immigrants are. And if you go to Toronto and you want to find the South Asians, Bobby Friction. कोई पता नहीं इस बंदे you go to का. Brampton. Okay, Brampton, of course. It's a wild city, ain't gonna lie. Crazy city too. ਸਿੱਧੂ ਆਪਣੇ ਪੇਰੈਂਟਸ ਚਾਹੁੰਦੇ ਸੀਗੇ ਵੀ ਉਹ ਕੈਨੇਡਾ ਜਾ ਕੇ ਅੱਗੇ ਹੋਰ ਪੜ੍ਹੇ. Okay. ਇੱਕ ਤਰ੍ਹਾਂ ਉਹ ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਸੀਗਾ. ਉਸ ਟਾਈਮ ਦੇ ਉੱਤੇ ਕੈਨੇਡਾ ਆ ਕੇ ਸਟੱਡੀ ਕਰਨਾ, ਬੈਟਰ ਓਪਰਚੁਨਿਟੀਜ਼ ਨੂੰ ਗ੍ਰੈਬ ਕਰਨ ਦੀ ਟਰਾਈ ਕਰਨਾ. ਬੰਦਾ ਮਿਲਾਈਏ ਤੁਹਾਨੂੰ ਇੱਕ ਅੱਛੀ ਗੱਲ ਜੀ. ਸਿੱਧੂ ਮੂਸੇ ਵਾਲਾ. ਇੰਡੀਆ ਤੋਂ This guy. Okay, let's talk about this guy. ਇਸ ਬੰਦੇ ਬਾਰੇ ਗੱਲ ਕਰੋ. ਪਹਿਲਾਂ ਮੈਨੂੰ ਪਤਾ ਹੈ ਕਿ ਇਹਨਾਂ ਨੇ ਲਿਖਿਆ ਵੀ ਹੈ ਫਾਰਮਰ ਮੈਨੇਜਰ. ਪਹਿਲਾਂ ਇਹਦਾ ਮੈਨੇਜਰ ਆਇਆ ਸਿੱਧੂ ਮੂਸੇਵਾਲੇ ਦਾ. ਬਟ ਉਸ ਤੋਂ ਬਾਅਦ ਜਦੋਂ ਹੋਇਆ ਇਹਨੇ ਕੁਝ ਗਲਤ ਵੀ ਕੰਮ ਕੀਤਾ ਹੈ ਸਿੱਧੂ ਮੂਸੇਵਾਲਾ ਦੇ ਨਾਲ, ਸਪੈਸ਼ਲੀ ਵਿਦ ਦ ਹਿਟ ਸੌਂਗਸ, ਯੂ ਨੋ. ਇਹਨੇ ਕਾਫੀ ਲੀਕ ਲੂਕ ਗਾਣੇ ਕੀਤੇ, ਆਈ ਥਿੰਕ ਸੋ. ਨਾਲੇ ਉਹਨਾਂ ਦੇ ਕਾਫੀ ਭੰਡੀ ਪੈ ਗਈ ਸਿੱਧੂ ਮੂਸੇਵਾਲੇ ਦੀ ਤੇ ਇਹਦੀ. ਫਿਰ ਯਾ ਉਦੋਂ ਮੈਂ ਕਾਇੰਡ ਆਫ ਜਦੋਂ ਕੁਛ ਹਿਸਾਬ ਹੋਇਆ ਹੈ ਨਾ ਯਾਰੀ ਯੂਰੀ ਜਾਂ ਇਹ ਜਦੋਂ ਮੈਨੇਜਰ ਤੋਂ ਲੈ ਗਿਆ ਆ ਜਾਂ ਜਦੋਂ ਇਹ ਟੀਮ ਵਿੱਚ ਨਹੀਂ ਰਹਿ ਗਿਆ, ਉਦੋਂ ਮੈਨੂੰ ਕਾਇੰਡ ਆਫ ਮਾੜਾ ਮੋੜਾ ਪਤਾ ਲੱਗਿਆ ਹੈ ਕਿ ਯਾ ਮਤਲਬ ਦੈਟ ਦਿਸ ਥਿੰਗ ਹੈਪਨਡ, ਯੂ ਨੋ. ਸੋ ਆਈ ਡੋਂਟ ਨੋ ਵਾਈ ਦੇ ਆਰ ਆਸਕਿੰਗ. I get it, okay, he was farmer manager and all that and swagger, but still, of course, I don't know, he might say wrong things, he might say good things, you know. But yeah, ਵੇਖੋ ਕੀ ਹੁੰਦਾ. But this guy is not a good person, I think so. ਜਾਣਦੇ ਸੀਗੇ ਅਸੀਂ ਉਦੋਂ, ਅਸੀਂ ਵਧੀਆ ਦੋਸਤ ਸੀਗੇ, ਬਟ ਜ਼ਿਆਦਾ ਤੁਹਾਨੂੰ ਦੱਸਿਆ ਇੱਥੇ ਆ ਕੇ ਅਸੀਂ ਜ਼ਿਆਦਾ ਕਲੋਜ਼ ਹੋਏ. ਸ਼ਾਮ ਨੂੰ ਇਕੱਠੇ ਹੋ ਜਾਂਦੇ ਸੀ ਬੈਠ ਕੇ ਵਧੀਆ ਘਰੇ, ਜੋ ਸਾਰੇ ਯੰਗ ਜਨਰੇਸ਼ਨ ਏਜ ਕਰਦੀ ਆ ਵੀ ਆਪਦਾ ਬਾਹਰ ਘੁੰਮ ਫਿਰ ਲਏ, ਕਾਰਾਂ 'ਚ ਗੇੜੇ ਗੂੜੇ ਕੱਢ ਲਏ. ਫਿਰ ਸ਼ਾਮ ਨੂੰ ਬੈਠ ਕੇ ਕਿਤੇ ਖੜ੍ਹ ਕੇ ਸਾਰੇ ਖੜ੍ਹੇ ਆ ਤਾਂ ਫਿਰ ਸਿੱਧੂ ਆਪਦੇ ਗਾਣੇ ਸੁਣਾਉਂਦਾ ਹੁੰਦਾ ਸੀ. ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ. ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਕੈਡੀਲੈਕ ਗਾਣਾ ਆ ਰਿਹਾ ਹੈਗਾ ਤੇ ਤੁਹਾਡੇ ਭਰਾ ਨੇ ਲਿਖਿਆ ਹੋਇਆ ਤੇ ਬਾਈ ਸਾਰੇ ਅੱਜ ਇਕੱਠ ਹੋਇਆ. ਦੇਖੋ ਹੋ ਸ਼ੀਸ਼ੇ ਕੀਤੇ ਡਾਉਣ ਨਹੀਂ ਘੁੰਮੀ ਜਾਵਾਂ ਟਾਉਣ ਨਹੀਂ, ਸ਼ੀਸ਼ੇ ਕੀਤੇ ਡਾਉਣ ਨਹੀਂ ਘੁੰਮੀ ਜਾਵਾਂ ਟਾਉਣ ਨਹੀਂ, ਜਿਹੜੇ ਪਿੱਠ ਤੇ ਸੀ ਬੋਲਦੇ ਓਏ ਅੱਜ ਹੀ ਮੌਣ ਨਹੀਂ, ਰੋੜੀ ਉੱਤੇ ਜਾਂਦੀ ਤੜਫਾਉਂਦੀ ਨੱਡੀਆਂ ਨੀ ਮੇਰੀ ਕੈਡੀਲੈਕ ਕਾਲੀ. Brampton is the de facto capital of Punjabi music from the diaspora, and I think even more so Punjabi rap ਇਹ ਕੀ ਕਰਦਾ ਪਿਆ ਤੇ ਇਹਦਾ ਕੀ ਨਾ ਹੈ, ਗੁਰਜਸ ਸਿੱਧੂ or something like that music, which is essentially Punjabi music that's got an element of fusion applied to it. Brampton is the motherlode, and it didn't take much time for Sidhu Moosewala to cross paths with one of the biggest producers on the Canadian scene. Okay. Hey, G-Wagon. ਫਿਰ ਇੱਕ ਦੀਪ ਬਾਈ ਨਾਲ ਕੀਤਾ, ਮਾਹੌਲ ਜਿਹਾ ਹੋਇਆ ਮੈਂ ਲਿਖਤਾ ਵਾ, ਫਿਰ ਗੌਰ ਕਰਤਾ ਪੂਰਾ ਘੈਂਟ ਹੋ ਗਿਆ ਗਾਉਂ ਦੀ, ਉਹ ਦੀ ਗੋਗੀ ਵੀ ਚੱਲ ਗਿਆ. ਸਾਰੇ ਮੇਰੇ ਵੱਜਾ ਮਾਰ ਲੱਗੇ ਨਾਲ ਦੇ ਵੀ ਤੂੰ ਗਾਣਾ ਤੇਰਾ ਚੱਲ ਜਾਂਦਾ, ਤੂੰ ਵੀਡੀਓ ਨਹੀਂ ਬਣਾਉਂਦਾ, ਉਹ ਨਾ ਦੀਵਾ ਕਹਿੰਦਾ ਹੋ ਜੱਟੇ ਖੱਬੀ ਖਾਣੇ ਘਰਾਣੇ ਬੰਦੀਏ, ਬੰਦੀਆਂ ਦੇ ਵੱਡ ਖਾਣੇ ਲਾਣੇ ਬੰਦੀਏ, ਰੱਖ ਕਿਰਪਾਨਾ ਉੱਤੇ ਖਾਂਦੇ ਪੁੱਛਦੇ ਇਹਦੇ ਤੋਂ ਬਿਲੋਂਗ ਕਰਦਾ. Was that Sunny Malton? Yeah, that is Sunny Malton. Yeah, that is Sunny Malton. Hey. Looking back when Sidhu Moosewala emerged, ਯਾਰ ਇਹਨਾਂ ਨੂੰ ਥੋੜਾ ਮੇਕਅਪ ਥੋੜਾ ਘੱਟ ਕਰਨਾ ਹੈ, so obvious. all you had coming out of the Punjab, it was still so traditional. It was Big Bird who I think
lit the touch paper underneath him. He actually reached out Here to we me go. on Facebook and fairly Big Bird, huh? Big Bird is on the interview too, huh? ਸਾਰਿਆਂ ਨੂੰ ਪਾਏ ਹੈ ਜਿਹੜੇ ਸਾਰੇ ਮੂਸਾ ਨੇ ਛੱਡ ਦਿੱਤੇ ਆਏ ਉਹਨਾਂ ਨੂੰ ਪਾਏ ਅੰਦਰ. Okay, but still okay, let's see what he got to say. quickly, like, you know, the next day he was at the studio and that's where it all kind of began. Hey, so The high. first song, which was So High, Uchiya Galla, got that done in like 1-2 days. So he didn't really give me a direction per se, but all he said was, he's like, hey bro, like I want to make this sound like an anthem. I had Sidhu come back in a few days later to actually like listen to the song like in person, and like his reaction was just like speechless. Like he was like surprised, or like he's like you know, he was like holy, like what is this? The synchronicity around Sidhu Moosewala and Big Bird was absolutely amazing, because Big Bird was just coming through, really making proper international quality hip hop. And who was his first protege? Sidhu Moosewala. ਸਿੱਧੂ ਮੂਸੇ ਵਾਲਾ ਆ ਤੋਏ ਗਾਣਾ ਰਿਹਾ ਪੜਾਕਾ ਪੂਰਾ ਉਹਦੇ ਨਾਲ ਹੀ ਸੋ ਹਾਈ ਦੇ ਨਾਲ ਹੀ ਨਹੀਂ ਚੰਗਾ ਮੁੰਡਾ ਛਾ ਗਿਆ ਆ. After making So High, we called Sidhu back to the studio, and then right away Sidhu just started, like, in his mind, I could see his mind just going crazy. Like he already started writing in his head like everything he was gonna, you know, like he was such like a genius when it came to lyrics. He was, man. He had the hook already, and he's already writing the verses, and I'm like, holy, like, okay, we're onto something now, right? So High was the track that broke through not just Canada, but the UK and India too. The first song, the second song, the third song did really well. We started getting like shows, like offers for shows, like in like Montreal or Vancouver. Ooh. People were going crazy. Like, who is this guy? Who is this Sidhu guy? Like, you know what I mean? Like, He's a bad boy lyricist. He's an amazing performer. And he is none other than Sidhu Moosewala. The first time I saw Sidhu, Oh, Raja Kumari. I related to it so much because like him, I think I'm also from two cultures where I'm like very rooted, but then I love hip hop. He was wearing his turban and he had like this gangster, I think it was like a jersey, his swag, you know? I was just like, you know, the thing that we all wanted, this fusion, it has happened. It's finally here. When Sidhu Moosewala came forth, the average Punjabi fan said, who is this guy? What madness is this? Yo, this is the emergence of the Canadian voice now. Little did I know that actually he was even bigger than just being a Canadian voice. PBX1, yes sir. By the way, PBX1 वाले एक fact भी है कि दर्द कर लिया. But PBX1 got into some kind of accident ਤੇ ਉਹਦੇ ਵਿੱਚ ਪੂਰੀ ਦੀ ਪੂਰੀ ਜਾਂਦੀ ਰਹੀ ਹੈ PBX1 ਜਿਹੜੀ ਆ ਰੇਂਜ ਰੋਵਰ ਆਈ. ਸਿੱਧੂ ਮੂਸੇਵਾਲੇ ਤੇ ਮੈਨੂੰ ਲੱਗਦਾ 1 ਜਾਂ 2 ਦਿਨ ਮਰਡਰ ਹੋਣ ਤੋਂ ਪਹਿਲਾਂ. PBX1 forever, bro. No one knew Sidhu was going to be this big, this fast. This pinned boy, the village boy, to a global megastar in the space of a few months. Maybe even Sidhu wasn't prepared for how hard it was going to be. When you're nothing, no one is around you. But when you start... Music producer? What the hell is this shit? Music producer. Utate oda muh shoo oda na chhapaye hai. Who this can be, yaar? Let me know in the comments, man.
start becoming bigger, you know, start getting hit songs, then 10 people start joining you, then 20 people start joining you. Hey, you know, you're so good. But they're all fake people. But your crew starts to get bigger, you know? ਕੋਈ ਸਰਕਲ 'ਚ ਬੰਦੇ ਜਦੋਂ ਨਵੇਂ ਆ ਗਏ ਤੇ 50 ਗੱਡੀਆਂ ਆ ਗਈਆਂ ਨਾ ਵੀ ਜੇ ਨੂੰ ਤੁਸੀਂ ਜਦੋਂ ਐਂਟਰੀ ਹੋਈ ਆ ਤੁਸੀਂ ਦੇਖੋ ਜੀ ਉੱਥੇ 40-50 ਗੱਡੀਆਂ ਨਾਲ ਵੱਡੀਆਂ ਨਾ His entry was crazy though. At the start of his career, Sidhu was managed by two of his friends, Kanwar and Jyoti. At first, this was okay. But around 2018, this is when Sidhu starts to get really famous, there's a lot of money involved, and that's when cracks started to appear. At first, Sidhu's relationship with his Unai manager was kaun hai? great. Like brothers. But after a while, the relationship between the three of them soured. ਤੁਹਾਨੂੰ ਦੱਸਿਆ ਵੀ ਪਹਿਲਾਂ ਆਪਸ 'ਚ ਸਾਡੇ 'ਚ ਸੀਗਾ ਤਾਂ ਅਸੀਂ ਸਾਰਾ ਕਲੀਅਰ ਕਰਕੇ ਆਪਦਾ ਚੱਲੀ ਜਾਂਦੇ ਸੀ। Oh, he came to India? ਟੂਰ ਦੀ ਆਹ ਸ਼ੋਆਂ ਦੀ ਇਨਕਮ ਆਈ ਆ ਵੀ, ਬਟ ਜੋ ਗਾਣਿਆਂ ਦੀ ਇਨਕਮ ਜੋ ਆਈ ਆ ਸਾਰੀ ਸਿੱਧੂ ਕੋਲੇ ਆ ਵੀ, ਉਹ ਸਿੱਧੂ ਨੂੰ ਪਤਾ। Okay. ਕਿਉਂਕਿ ਇਹ ਵੀ ਨਵੇਂ ਸੀਗੇ, ਇਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਸਿਸਟਮ ਕੀ ਹੁੰਦਾ ਕੀ ਨਹੀਂ, ਕਿਉਂਕਿ ਉਹ ਵੀ ਸਿੱਧੂ Friend, Sony Swatch 50-60 ਬੰਦਿਆਂ ਦੀ ਤੁਸੀਂ ਦੇਖ ਲਓ ਵੀ ਖਾਣਾ ਪਾਣੀ ਜੋ ਵੀ ਰਹਿਣ ਸਹਿਣ ਦਾ ਹੋ ਗਿਆ ਜਾਂ ਗੱਡੀਆਂ 'ਚ ਤੇਲ ਪਾਉਣਾ, ਸਾਰਾ ਸਰਕਲ ਉਹ ਸ਼ੋਅ 'ਤੇ ਚੱਲਦੀ। ਉਹਦੇ ਕਰਕੇ ਬਾਅਦ ਤੋਂ ਆਹ ਚੀਜ਼ਾਂ ਉਹਨਾਂ ਨੇ ਹਿਸਾਬ ਕਿਤਾਬ ਉਹਦੇ ਮੇਰੇ ਖਿਆਲ ਸਿੱਧੂ ਦੇ ਡੈਡੀ ਪੁੱਛਣ ਲੱਗ ਗਏ ਤੇ The father told Sidhu, you write your own songs, you sing them, then why are they making the money? I mean, it makes sense, yaar. Okay, I get it. Team ਵੱਡੀ ਹੋਣ ਲੱਗ ਪਈ, that's so normal, man. ਜਦੋਂ ਮਾੜਾ ਮੋਟਾ ਬੰਦਾ ਫੇਮਸ ਹੋਣ ਲੱਗ ਪੈਂਦਾ, ਥੋੜੇ ਹੋ ਜਾਂਦਾ, ਲੋਕੀ ਤੁਹਾਡੇ ਨਾਲ ਜੁੜਨ ਲੱਗ ਪੈਂਦੇ ਆ just because of money ਤੇ ਥੋੜਾ you get what I mean, ਜੋ ਇਹ ਲੋਕੀ ਕਰ ਰਿਹਾ ਹੈ। So I feel like ਚੋਖੇ ਲੋਕੀ ਹੋਣ ਲੱਗ ਪਏ ਕਿ ਜੋ ਕਹਿ ਰਿਹਾ ਤਕਰੀਬਨ 50 ਲੋਕੀ ਉਹਦੇ ਨਾਲ kind of ਗਰੁੱਪ ਵਿੱਚ ਹੋਣ ਲੱਗ, that's just way too many, dude. ਟੂ ਮੱਚ ਬੰਦੇ ਆ, ਬਾਹਲੇ ਲੋਕੀ ਨੇ। 50 ਬੰਦੇ ਕਾਫੀ ਜ਼ਿਆਦਾ ਲੋਕੀ ਹੋ ਜਾਂਦੇ ਆ, ਥਿੰਕ ਸੋ ਉਹਦੀ ਟੀਮ ਕਾਫੀ ਵੱਡੀ ਹੋ ਰਹੀ ਆਈ। ਅਤੇ ਜੋ ਕਹਿ ਰਿਹਾ ਕਨਵਰ ਕਹਿ ਰਿਹਾ ਕਿ ਜਿਹੜੇ ਪੈਸੇ ਆਏ ਗਾਣਿਆਂ ਦੇ YouTube ਵਗੈਰਾ ਤੋਂ, ਆਈ ਥਿੰਕ ਸੋ ਬਿਲਕੁਲ ਉਹ ਸਿੱਧੂ ਮੂਸੇਵਾਲਾ ਕੋਲ ਆ ਰਿਹਾ ਹੈ। ਅਤੇ ਦੂਸਰੇ ਜਿਹੜੇ ਸ਼ੋਆਂ ਦੇ ਜਿਹੜੇ ਪੈਸੇ ਆਏ ਉਹ ਮੈਨੇਜਰ ਮੂਨਜਰ ਜਿਹੜੇ ਉਹ ਆਪੂ ਆਏ, ਕਨਵਰ ਅਤੇ ਜਯੋਤੀ ਕਹਿ ਰਿਹਾ, ਉਹਨਾਂ ਕੋਲ ਆਉਂਦੇ ਆਏ, ਠੀਕ ਹੈ। ਅਤੇ ਫਿਰ ਉਹਨਾਂ ਦੇ ਫਾਦਰ ਨੇ ਆਖਿਆ ਸਿੱਧੂ ਮੂਸੇਵਾਲਾ ਕਿ ਤੂੰ ਲਿਖਣਾ ਗਾਣਾ, ਪੈਸੇ ਤੇਰੇ ਕੋਲ ਕਿਉਂ ਨਹੀਂ ਆ ਰਹੇ, ਪੈਸੇ ਉਹ ਕਿਉਂ ਖਾਏ ਜਾ ਰਹੇ ਨੇ। ਆਈ ਮੀਨ ਇਟ ਮੇਕ ਸੈਂਸ, ਇਟਸ ਟਰੂ, ਇਟਸ ਰਾਈਟ, ਲਾਈਕ ਗੱਲ ਤਾਂ ਸਹੀ ਹੈ ਵੈਸੇ, ਮਤਲਬ ਬਟ ਸਟਿਲ ਇਫ ਯੂ ਹੈਵ ਅ ਟੀਮ ਯੂ ਗਾਟ ਫੀਡ ਦੈਮ ਟੂ, ਬਟ ਟੀਮ ਆਈ ਥਿੰਕ ਸੋ ਬਾਲੀ ਵੱਡੀ ਆਈ। ਸੋ ਬਸ ਉਹ ਚੀਜ਼ ਸੀ, ਹੋਰ ਉਸ ਤੋਂ ਬਿਨਾਂ ਓਕੇ ਕੁਛ ਵੀ ਨਹੀਂ ਸੀਗਾ। ਬਲੇਮ ਵੀ ਲੱਗਿਆ ਮੇਰੇ 'ਤੇ ਵੀ ਕਨਵਰ ਨੇ ਤੇ ਜੋਤੀ ਨੇ ਪੈਸੇ ਖਾ ਲਏ। His family asked Sidhu to leave Kanwar and Jyoti and manage his own affairs. When there's not much money, things usually go fine. There is love. But when you add fame and money to the mix, fights start to happen. People become enemies. Almost as soon as he'd made it, Sidhu lost his management, and that left him exposed at a time when he was making a lot of money, and that attracted the attention of some really dangerous people. Sidhu was absolutely steeped in hip-hop culture, as a lot of modern-day Punjabi artists are. So in his videos there were guns, there was all that gangster stuff, machismo, bravado, all of this, I'm the gangster, which I felt he was role-playing out. But he got a lot of criticism for it. Obviously, ਤੁਸੀਂ ਸਿਆਣੇ ਨੂੰ ਆਪ ਪਤਾ ਕਿ ਬੰਦਿਆਂ ਨੇ ਵੀ ਕਹਿਣਾ ਯਾਰ ਇਹ ਕਿੱਦਾਂ ਦੇ ਗਾਣੇ ਗਾਉਂਦਾ ਹੈ, ਇਹਨਾਂ ਦੇ ਗਾਣੇ ਗੈਂਗਸਟਰ ਜ਼ਿਆਦੇ ਆ, ਕੁੱਟਣ ਮਾਰਨ ਜ਼ਿਆਦੇ ਆ, ਹਲਕਾਰ ਵਾਲੇ ਜ਼ਿਆਦੇ ਆ। ਤੁਹਾਨੂੰ ਕੀ ਫੀਲਿੰਗ ਆ ਕਿ ਹਾਂ ਮੇਰੇ ਤੋਂ ਥੋੜੀ ਜ਼ਿੰਮੇਵਾਰੀ ਹੈਗੀ ਆ ਜਾਂ ਯਾਰ ਮੇਰੇ ਕੋਲ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਇਹ ਮੇਰੀ ਲਾਈਫ ਆ। ਪਹਿਲੀ ਗੱਲ ਜਦੋਂ ਮੈਂ ਆਪਣੇ ਬਚਪਨ ਤੋਂ ਲੈ ਕੇ ਚੱਲਦਾ ਜੀ, ਮੈਂ 6ਵੀਂ ਤੋਂ ਹਿਪ ਹੌਪ ਮਿਊਜ਼ਿਕ ਸੁਣ ਰਿਹਾ, ਬਲੈਕ ਹਿਪ ਹੌਪ, ਅਮਰੀਕਨ ਹਿਪ ਹੌਪ ਲੈ ਲਓ, ਉਦੋਂ ਵਾਇਲੈਂਟ ਚੀਜ਼ ਤਾਂ ਕੁਛ ਹੋ ਨਹੀਂ ਸਕਦਾ। ਬਿਲਕੁਲ ਹੈ ਨਾ, ਇਹ ਸਾਰਾ ਕੁਛ ਜੇ ਕੋਈ ਕੁਛ ਕਰ ਰਿਹਾ ਤਾਂ ਉਹਦੀ ਗਲਤ ਸੰਗਤ ਕਰਕੇ ਹੁੰਦਾ, ਠੀਕ ਹੈ। ਮੈਂ
ਉਦੋਂ ਤੋਂ ਲੈ ਕੇ ਹੁਣ ਤੱਕ ਸੁਣ ਰਿਹਾ। ਮੈਂ ਤਾਂ ਇਹ ਕਦੇ ਕਿਸੇ ਨੇ ਗੋਲੀ ਮਾਰੀ ਨਹੀਂ ਜਾਂ ਮੈਂ ਤਾਂ ਡਰੱਗ ਵੇਚਣ ਲੱਗਿਆ ਨਹੀਂ। He was obsessed with hip hop culture and the history of hip hop culture. And hip hop culture, after the 80s and breakdancing and all that stuff, went violent very quickly. You know, you listen to any of the greats, the golden era of hip hop in the 90s, they were gangsters, they carried guns, it was all about taking your enemies out. So he actually drew from that. Because he was also like heavily hip hop influenced, you know, obviously from like even like Tupac and all the new stuff as well. So he was already like, you know, had that like hip hop mentality as well. ਪਰ ਹਾਂ ਜਿਹੜਾ ਮੈਨੂੰ ਲੈਜੈਂਡ ਲੱਗਦਾ ਵੀ you know ਮੈਂ ਉਹ ਮੈਨੂੰ ਟੁਪਾਕ ਲੱਗਦਾ। Tupac Shakur is still one of the best-selling and most influential rappers of all time. The Tupac's influence goes extend beyond the music. He was not just an artist, but also an activist. ਇੱਕ ਤਾਂ ਉਹ ਫ੍ਰੀ ਸਟਾਈਲ ਸੀ ਨਾ ਉਹ ਕਿਸੇ ਦਬਾ ਦਿਆ ਕਰੇ ਆ ਕੇ ਲਿਖਿਆ ਉਹਨੇ। Every time I speak, I want the truth to come out. You know what I'm saying? Every time I speak, I want to shiver. You know, I don't want them to be like, ਤਾਂ ਇਹ ਸਾਨੂੰ ਵੀ ਮਾਰ ਦਿੱਤਾ ਗਿਆ ਆ। They know what I'm gonna say. And even if I get in trouble, you know what I'm saying? Ain't that what we're supposed to do? I'm not saying I'm gonna rule the world or I'm gonna change the world, but I guarantee that I will spark the brain that will change the world. These lines. ਆਪਣੀ ਕੌਮ ਇਕੱਠੀ ਕੀਤੀ ਆਪਦੀ ਕਲਮ ਦੇ ਜ਼ਰੀਏ। ਜਿਹੜਾ ਮੈਂ ਕਹਿਣਾ ਵੀ ਜੇ ਮੇਰੀ ਪਰਸਨੈਲਿਟੀ ਬਣੇ ਤਾਂ ਕਦੇ ਜੇ ਯਾਨੀ ਕਿ ਮੈਂ ਚਾਹਾਂ ਵੀ ਮੈਂ ਇਹੋ ਜਿਹਾ ਬਣੂੰਗਾ। ਜਿੱਦਣ ਉਹ ਬੰਦਾ ਮਰਿਆ ਤੇ ਯਾਨੀ ਕਿ ਲੋਕ ਰੋਏ ਉਦਣ ਮੈਂ ਇਹੀ ਚਾਹੁੰਦਾ। Iconic That's exactly what happened when Sidhu died, yaar. Here in Las Vegas. The rapper was shot inside of a BMW while stopped at a red light on Koval and Flamingo. ਮੁੱਕ ਵੀ ਜਾਵਾਂ ਮਰ ਵੀ ਜਾਵਾਂ ਉਦੋਂ ਬਾਅਦ ਵੀ ਤੋਕ ਯਾਦ ਕਰਨ ਵੀ ਸੀ ਆਇਆ ਸੀ ਕੋਈ ਮੈਂ ਕੁਝ ਲੈਣਾ ਵੀ ਲਿਖਿਆ ਸੀਗੀ ਯਾਦ ਨੇ ਤਾਂ ਸੁਣਾਓ ਹੋ ਬੋਲਨੇ ਬਰੂਦ ਡਾਇਵਲ ਵੌਇਸ ਨਹੀਂ ਲਿਵ ਫਾਸਟ ਡਾਈ ਯੰਗ ਇਹ ਹੋਇਆ ਚੋਇਸ ਇਹ ਤਾਂ ਕੋਈ ਗਾਣੇ ਵਿੱਚੋਂ ਨਹੀਂ ਬਾਈ ਦਾ ਵੇ ਲਾਈਨਸ ਨਹੀਂ ਬਹੁਤਾ ਕੁਝ ਰੱਬ ਕੋਲੋਂ ਨਹੀਂਓ ਮੰਗਿਆ ਹੋ ਨਾਮ ਮੌਤ ਪਿੱਛੋਂ ਗੂੰਜੇ ਹੋਇਆ ਖੁਆਇਸ਼ ਨਹੀਂ ਤੇ ਗਾਣੇ ਨਾਲ ਸਾਡਾ ਇਹ ਲਾਈਫ ਸਟਾਈਲ ਹੈ ਲੜੇ we die by gun. Role-playing a gangster in hip-hop isn't unusual. But the problem is, Sidhu Moosewala was playing the role of a gangster in an industry where there are real gangsters and there are real threats. ਡਰ ਕੌਜ਼ ਤਾਂ ਉਹਨੂੰ 2018 ਤੋਂ ਉਹਨੇ ਗਾਣਾ ਵੀ ਲਿਖਿਆ ਸੀ ਜਿਹੜਾ ਈਸਟ ਸਾਈਡ ਫਲੋ ਉਹਦੇ ਵਿੱਚ ਵੀ ਉਹਨੇ ਲਿਖਿਆ ਸੀਗਾ ਕਿ ਧਮਕੀ ਸਵੇਰੇ ਚਾਹ ਨਾਲ ਗੋਲੀ ਵਾਲੀ ਮਿਲਦੀ ਆ। ਆਹੋ ਸੋ 2018 ਤੋਂ ਇਹਨੂੰ ਥ੍ਰੈਟ ਦਾ ਬਣ ਲੱਗ ਪਿਆ ਯਾਰ। ਤੇ ਉਹਨੇ ਲੋਕੇਸ਼ਨ ਮਤਲਬ ਮੈਨੂੰ ਭੇਜ ਕੇ ਜਾਣੀ WhatsApp ਤੇ ਉਹਨੇ ਕਹਿਣਾ ਬ్రో ਜੇ ਮੈਂ ਨਾ ਆਇਆ ਇਹਨੇ ਚਿਰ ਤਾਂ ਤੇ ਕੋਈ ਲੋਕੇਸ਼ਨ ਹੈਗੀ ਆ ਸੋ ਤੂੰ ਆ ਜਾਈਂ ਨਾ ਮਤਲਬ ਇਦਾਂ ਹੁੰਦਾ ਸੀ ਉਹਨੂੰ। ਆਏ ਤੇ ਕੀ ਦੱਸ ਸਿੱਧੂ ਨੇ ਦੱਸਿਆ ਸੀ ਤੁਹਾਨੂੰ ਕੀ ਕਾਲਸ ਆਉਂਦੀ ਸੀ ਉਹਨੂੰ ਥ੍ਰੈਟ ਆਉਂਦੀ ਸੀ ਮੈਂ ਜਮਾ ਕੋਲ ਬੈਠਾ yeah, his name is Rahul Chahar. Yes, by the way, I was right about T Dot Films. ਇੱਕਦਮ ਕਾਲ ਆਈ ਮੈਂ ਕਿਹਾ ਮੂੰਹ ਕਿਉਂ ਉੱਡ ਗਿਆ ਕੀ ਹੋਇਆ ਦੈਨ ਹੀ ਇਜ਼ ਲਾਈਕ ਯਾਰ ਮੈਨੂੰ ਕਾਲ ਆਈ ਪਤਾ ਨਹੀਂ ਅਜੀਬ ਜਿਹਾ ਬਿਹੇਵ ਕਰਦੇ ਬੰਦੇ ਕੁਝ ਗਲਤ ਬੋਲਦੇ ਸਮਝਦੇ ਇੱਕ ਕਾਲ ਆਈ ਮੈਨੂੰ ਕਿਹਾ ਕਿ ਉਹ ਯਾਰ ਇੱਕ ਵੀਡੀਓ ਕਰਕੇ ਦੇਣੀ ਪੈਣੀ ਕੀ ਹੋਇਆ ਕੋਈ ਗਾਣਾ ਮੰਗ ਰਿਹਾ ਕਿੰਨੇ ਪੈਸਿਆਂ 'ਚ ਉਹ ਦੇਣਾ ਪੈਣਾ ਕੌਣ ਆ ਕਿਹੜਾ ਆ ਇਹ ਨਹੀਂ ਉਹਨੇ ਦੱਸਣਾ Extortion is an old business model used by Punjabi gangs operating in Canada. ਉਹਨੂੰ use ਕਰਨਾ ਚਾਹ ਰਿਹਾ ਹੈ When Punjabi singers, musicians, artists started to get richer, these gangs worked out a new trick. And instead of money, they started asking for song rights. Lyrics. There have been a lot of instances where singers have been approached and they are being extorted
they have to part with some of their songs at times. Ritesh If they're Lathi. not able to give cash, then they end up giving their songs, which are further traded on to some other companies, and the gangsters would, you know, get their cut out of it. Everyone I spoke to said Sidhu was getting threat calls, that they were calling Sidhu, they were asking for tracks. No one was willing to give any names. But what people meant by they are gangsters. No one wants to say that word out loud, the word gangsters. So I thought the only person who could tell me how this extortion works was a gangster himself. What do you mean? I'm also friends with many singers. It's people like us who become singers, so there's a natural friendship. We stay in touch, we meet up sometimes. We mix in the same circles. What the hell? Singers need us. When they need our help, they reach out. For what? Obviously, singers have to pay protection money. And then there's also extortion. It happens all the time. Singers get extorted. So this is a recording of a phone call that took months to set up. This guy won't let me record video. ਇਹ ਕਿਹੜਾ ਗੈਂਗਸਟਰ ਹੋ ਸਕਦਾ ਜਿਹਨੂੰ ਇਹ ਕਾਈਂਡ ਆਫ ਗੈਂਗਸਟਰ ਬਣਾ ਕੇ ਸਾਨੂੰ ਤਾਂ ਵਹਾ ਰਿਹਾ ਕਿ ਇਹ ਗੈਂਗਸਟਰ ਨਾਲ ਸਾਡੀ ਗੱਲਬਾਤ ਹੋਈ ਹੈ ਜਾਂ ਵੌਇਸ ਮੇਲ ਉਹਨੇ ਸਾਨੂੰ ਇਹ ਸੈਂਡ ਕੀਤੀ ਹੈ ਕਿ ਕੀ ਹੈ ਕਿੰਜ ਐਕਸਟੋਰਸ਼ਨ ਕੰਮ ਕਰਦੀ ਹੈ ਗੈਂਗ ਦੇ ਵਿੱਚ ਕੌਣ ਹੋ I ਸਕਦਾ met him on 2 occasions and I know who he is. Is she just yapping? Is she just capping? Or is she मतलब वाकई सच बोल रही है? But even before I met him, I knew that he was a major player in the world of Punjabi organized crime. What the hell? Goldie Brar? She got Goldie Brar before police? She got Goldie Brar before GTA 6? The first call is never a threat. We tell them politely that we need the money. And if the guy agrees, then it's fine. But if not, we know what to do. It doesn't take long to kill someone who's acting smart. Oh. I just have to send 2 guys on a motorcycle. Yeah, this is crazy, dude. This is crazy. Scary as well. कित्थे आ गए ने हुण India again? Sidhu broke through whilst he was in Canada, but he was also getting played all over India. And that was really important to him because it doesn't matter how famous you get in the West. If you're a Punjabi artist, you really want the validation of your fellow Punjabis back home. आ गया 18 ਦੇ ਵਿੱਚ इंडिया ओके 2018 में जब सिद्धू पहली बार पंजाब यूनिवर्सिटी आता परफॉर्म करने ओके was his first live concert in India Raat. Damn, bande dekho yaar. 4,000, 5,000 students. Sidhu probably had more than 12,000, 14,000 students come up. Sheesh. Not prepared for that. I personally feel Sidhu came to capture the imagination of Punjab's youth. ਵਾਹ ਸਹੀ ਗੱਲ ਹੈ ਜੀ ਅਜੇ ਵੀ ਤੁਸੀਂ ਵੇਖੋ ਕਿ 2-3 ਸਾਲ ਹੋ ਗਏ ਨੇ ਆਲਰੇਡੀ ਉਹਨੂੰ ਗਏ ਆ ਬਟ ਅਜੇ ਵੀ ਵੇਖੋ ਆਈ ਡੋਨਟ ਥਿੰਕ ਸੋ ਐਨੀ ਸਿੰਗਰ ਕੈਨ ਡੂ ਦਿਸ ਥਿੰਗ ਜਿੱਥੇ ਤੁਸੀਂ ਕ੍ਰੇਜ਼ੀ ਸ਼ੋ ਲਾਓ ਆਈ ਗੈਟ ਇਟ ਓਜਲਾ ਐਂਡ ਦੇ ਆਰ ਫਿਲਿੰਗ ਦ ਸਟੇਡੀਅਮ ਦਿਲਜੀਤ ਇਜ਼ ਫਿਲਿੰਗ ਦ ਸਟੇਡੀਅਮ ਬਟ ਕਾਈਂਡ ਆਫ ਐਂਟਰੀ ਐਂਡ ਆਲ ਆਫ दैट मतलब वो बस एयरपोर्ट तो लत्था ही थे किन्नी वार्म बार खलोती है तो पिक्चर्स एंड वीडियोस एंड सेल्फीज एंड ऑल दैट यार वेलकम एंड ऑल दैट इज क्रेजी डूड The mahal was very different. Just crazy, yeah. It was crazy. Yeah. So अच्छा ए शो है पहला शो इंडिया विच आई गेस कैनेडा जान तो बाद हाँ
ਅੱਛਾ ਚੰਡੀਗੜ੍ਹ ਵਿੱਚ ਓਕੇ ਸੋ ਵਾਕਈ ਹੈ ਪਹਿਲਾ ਓਕੇ 27 ਦਸੰਬਰ 2016 ਨੂੰ ਮੈਂ ਇੰਡੀਆ ਤੋਂ ਗਿਆ ਸੀ। ਜਦੋਂ ਮੈਂ ਗਿਆ ਸੀ ਮੈਨੂੰ ਵੀ ਨਹੀਂ ਸੀ ਕੁਝ ਪਤਾ, ਨਾ ਕੈਨੇਡਾ 'ਚ ਰਿਸ਼ਤੇਦਾਰ, ਕਿਉਂਕਿ ਮੈਂ ਜਿਹੜਾ ਸਿੰਪਲ ਜਿਹੇ ਕਿਸਾਨ ਦਾ ਮੁੰਡਾ। ਫਿਰ ਕੈਨੇਡਾ ਵਾਲੇ ਨੂੰ ਸਿੰਗਰਾਂ ਤੱਕ ਨਹੀਂ ਕੀਤੀ, ਫਿਰ ਪਾੜ ਸਿੱਟੇ ਮੂਸੇ ਵਾਲੇ ਨੇ ਇੱਥੇ ਆਇਆ। ਆਏ ਜਦੋਂ ਸਿੱਧੂ ਨੇ ਉੱਥੇ ਪਰਫਾਰਮ ਕੀਤਾ ਪੰਜਾਬ ਯੂਨੀਵਰਸਿਟੀ ਜੋ ਚੰਡੀਗੜ੍ਹ ਦੇ ਵਿੱਚ ਸਥਿਤ ਆ, ਉੱਥੇ ਉਸ ਤੋਂ ਪਹਿਲਾਂ ਇੱਕ ਉਸ ਦਾ ਇਸ਼ੂ ਚੱਲ ਰਿਹਾ ਸੀ। ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਨੇ ਉਹ ਇੱਕ ਤਖਤੀ ਲੈ ਕੇ ਸਿੱਧੂ ਦਾ ਵਿਰੋਧ ਕਰ ਰਹੇ ਸੀ ਕਿ ਸਿੱਧੂ ਦੇ ਗਾਣਿਆਂ ਦੇ ਵਿੱਚ ਪਿਸਟਲ, ਹਥਿਆਰਾਂ ਦਾ, ਹੋਰ ਚੀਜ਼ਾਂ ਦਾ ਜ਼ਿਕਰ ਆਉਂਦਾ, ਜੋ ਕਿ ਪੰਜਾਬ ਦੇ ਲਈ ਉਹਨਾਂ ਨੇ ਜੋ ਪ੍ਰੋਫੈਸਰ ਸਾਹਿਬ ਸੀ ਉਹਨਾਂ ਮੁਤਾਬਕ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਵਾ। ਆਈ ਥਿੰਕ ਸੋ ਇਹ ਵੀ ਕਾਈਂਡ ਆਫ ਮਾੜੀ ਮੋਟੀ ਮੈਂ ਸਟੋਰੀ ਸੁਣੀਆਂ ਜਦੋਂ ਇਹ ਕੰਮ ਹੋਇਆ ਆ। There was like a lot of police scrutiny, officers of the court, then the university authorities looking over the whole thing. ਆ ਪਿੱਛੇ ਜੇ ਬਾਹਲਾ ਹੀ ਰੌਲਾ ਪਿਆ ਵੀ ਯੂਨੀਵਰਸਿਟੀ ਸ਼ੋਅ ਹੈ ਜੀ, ਸਿੱਧੂ ਮੂਸੇਵਾਲੇ ਦਾ ਪਿਸਤੌਲ ਲੈ ਕੇ ਆਊ ਕਹਿੰਦੇ, ਤੇ ਗੰਨ ਵਾਲੇ ਗਾਣੇ ਗਾਉ, ਜਵਾਨੀ ਖਰਾਬ ਕਰੂ, ਇਹ ਬਹੁਤ ਇਮਕਾ ਸੌ ਕੁਛ ਹੋ ਲਿਆ, ਪਤਾ ਨਹੀਂ ਕੀ ਹੈ। ਆ ਸਾਹਮਣੇ ਕਈ ਸਪੋਰਟ ਵੀ ਕਰਦੇ ਵੀਰੇ, ਲੋਕਤੰਤਰ ਆ, ਜੋ ਕਰਨਾ ਕਰੋ, ਵਿਰੋਧ ਕਰਨਾ ਤੁਹਾਡਾ ਹੱਕ ਆ, ਕਰੋ। ਮੈਂ ਸੱਚੇ ਪਾਤਸ਼ਾਹ ਤੋਂ ਡਰਦਾ, ਹੋਰ ਕਿਸੇ ਦਾ ਕੋਈ ਡਰ ਨਹੀਂ। ਕੀ ਬਾਤ ਹੈ। ਅੱਜ ਹੈਗਾ ਕੱਲ ਨੂੰ ਨਹੀਂ ਹੈਗਾ, ਜੋ ਸੱਚ ਹੈ ਤੁਹਾਡੇ ਸਾਹਮਣੇ। ਡੈਮ ਬ੍ਰੋ, ਆ ਹੁਣੇ ਲਿਖਿਆ ਤੁਹਾਡੇ ਸਾਹਮਣੇ, ਅੱਜ ਲਿਖਿਆ ਸੀ। ਓ ਗਾਣੇ ਦਾ ਨਾਮ ਹੈ ਚਿੱਠਾ। ਚਿੱਠਾ ਸੁਣਿਆ ਕਦੇ ਨਹੀਂ ਮੈਨੂੰ ਲੱਗਦਾ। ਚਿੱਠਾ ਸਮਝਦੇ ਹੋ ਕੀ ਹੁੰਦਾ ਚਿੱਠਾ? ਨਹੀਂ। ਸੱਚ। ਅੱਛਾ ਓਕੇ। What you have to understand here is that Punjab University is not just a university. It's a power center in the Punjab. And the reason for that is student politics. It's a training ground for our politicians. So Punjab University वो main game होती थी जहाँ पे you used to actually prove your mettle कि what are you made of. Okay. Without any doubt, mainstream political parties की पाए Punjab University की politics. अच्छा. We can call it a power tussle, I think, over Punjab University, over representing the youth of Punjab. Very often student leaders who come through student politics at Punjab University end up becoming political leaders of Punjab and sometimes even of India. These student leaders, these aspiring politicians, they're fighting for influence on campus and outside. Acha, acha. In Punjab, that often involves some kind of intimidation, some kind of thuggery to grab power, to scare their opponents, and things like that. At the time Sidhu gave his concert at Punjab University, one of the most charismatic student leaders there was a guy called Vicky Midukhera. Vicky Midukhera. ਨਾ ਸੁਣਿਆ ਲੱਗਦਾ ਸਹੀ ਅੱਖਾਂ ਤੇ। Was he some lyricist or something? ਕੀ ਹੋਇਆ ਇਹਨੂੰ? ਮਾਰ ਤਾਂ ਨਹੀਂ ਸੀ ਦਿੱਤਾ or something? ਲੱਗਦਾ ਕਿ ਫੋਟੋਆਂ ਵਿਖਾ ਰਿਹਾ ਇਹਨੂੰ ਸ਼ੋਦੇ ਤੈਨੂੰ ਮਾਰ ਤਾਂ ਨਹੀਂ ਦਿੱਤਾ ਆ। ਵਿੱਕੀ ਮਿੱਡੂ ਖੇੜਾ ਸਟੂਡੈਂਟ ਲੀਡਰ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ। ਬਹੁਤ ਲੰਬਾ ਸਮਾਂ ਉਹਨੇ ਐਜ਼ ਸਟੂਡੈਂਟ ਲੀਡਰ ਆਪਣੀ ਪਹਿਚਾਣ ਬਣਾਈ। ਓਕੇ। ਵੈਸੇ ਵੀ ਉਹਦਾ ਜਿਹੜਾ ਨੌਜਵਾਨ ਦਾ ਯੂਥ ਦੇ ਵਿੱਚ ਆਪਣਾ ਇੱਕ ਰਸੂਖ ਸੀਗਾ। ਚੰਡੀਗੜ੍ਹ 'ਚ ਰਹਿੰਦੇ ਹੋਏ ਬਹੁਤ ਐਕਟਿਵ ਸੀ ਔਰ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਉਹ ਮਿੱਤਰਤਾ ਸੀ ਉਹਦੀ। ਓਕੇ। ਐਜ਼ ਪਰ ਪੁਲਿਸ ਜੋ ਵੀ ਪੁਲਿਸ ਦੀ ਇਹਦੇ ਬਾਰੇ ਐਵੀਡੈਂਸ ਹੈ ਉਸ ਦੇ 'ਚ ਇਹ ਕਿ ਵਿੱਕੀ ਮਿੱਡੂ ਖੇੜਾ ਦਾ ਕਾਫੀ ਇਨਫਲੂਐਂਸ ਹੁੰਦਾ ਸੀ ਡਿਫਰੈਂਟ ਗੈਂਗਸ ਦੇ ਉੱਤੇ ਅਤੇ ਉਹ ਕੁਝ ਗੈਂਗਸ ਦਾ फाइनेंशियल मैनेजमेंट भी करता सीगा। लेकिन 2010-11 तक आते आते वो एक बड़ा कल्ट फिगर बन जाते हैं चंडीगढ़ के आसपास। Vicky was the leader who was loved by everyone. Okay. You had a fight with anyone, you used to go up to Vicky. Okay. Ask him to sort things out and he did. अच्छा। ਉਸੇ ਨੇ ਲਾਰੈਂਸ ਬਿਸ਼ਨੋਈ ਨੂੰ ਇਲੈਕਸ਼ਨ 'ਚ ਖੜਾ ਕੀਤਾ ਸੀ ਅਤੇ ਉਹ ਉਸ ਨੂੰ ਮੰਨਿਆ ਜਾਂਦਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਦਾ ਇੱਕ ਤਰ੍ਹਾਂ ਦਾ ਗੋਡਫਾਦਰ ਸੀਗਾ।
ਇਹ ਕਦੇ ਸੁਣਨ ਵਿੱਚ ਨਹੀਂ ਆਇਆ ਸਹੀ ਦੱਸਾਂ ਤੇ। ਸੋ ਲਾਈਕ ਹੀ ਲਾਰੈਂਸ ਬਿਸ਼ਨੋਈ ਦਾ ਵੀ ਗॉडफादर ਹੈ ਜਿਹੜਾ ਇਹ ਬੰਦਾ ਆਇਆ। ਓਕੇ ਲਾਰੈਂਸ ਬਿਸ਼ਨੋਈ, ਉਹ ਹੈ ਲਾਰੈਂਸ ਬਿਸ਼ਨੋਈ ਹੈ। ਫਿਰ ਗੋਲਡੀ ਬਰਾਰ ਉਹਦਾ ਮਤਲਬ ਪਹਿਲਾ ਮਤਲਬ ਇਹ ਪੋਲੀਟਿਕਸ ਵਾਲਾ ਬੰਦਾ ਜਿਹੜਾ ਪੰਜਾਬ ਕਾਲਜ ਵਿੱਚੋਂ ਨਿਕਲਿਆ। ਬੰਡੂ ਖੇੜਾ ਕੀ ਇਹਦਾ ਨਾਂ ਆਇਆ ਜਿਹੜਾ ਦਾ ਆਇਆ ਵਿੱਕੀ ਮਿੱਡੂ ਖੇੜਾ, ਠੀਕ ਹੈ। ਮਤਲਬ ਹੈਡ ਮਿੱਡੂ ਖੇੜਾ, ਫਿਰ ਲਾਰੈਂਸ ਬਿਸ਼ਨੋਈ ਤੇ ਫਿਰ ਗੋਲਡੀ ਬਰਾੜ ਮੈਨੂੰ ਲੱਗਦਾ ਤੀਸਰੇ ਕਾਈਂਡ ਆਫ ਨੰਬਰ ਤੇ ਆਉਂਦਾ। ਓਕੇ ਗॉडफादर ਸੀਗਾ। ਆਪਣੇ ਵੱਡੇ ਭਰਾ ਯੂਨੀਵਰਸਿਟੀ ਤੋਂ ਰੋਬਿਨ ਬਰਾੜ, ਵਿੱਕੀ ਮਿੱਡੂ ਖੇੜਾ ਤੇ ਅਮਨਦੀਪ ਮੁਲਤਾਨੀ ਇੱਥੇ ਇਕੱਠੇ ਹੋਏ ਆ। ਇਸ ਸਾਲ ਆਪਾਂ ਲਾਰੈਂਸ ਬਿਸ਼ਨੋਈ ਨੂੰ विक्की मिडू केड़ा अच्छा वो पीछे खलोते हैं। लॉरेंस एंड विक्की, वो भाइयों का प्यार भी उसे कहा जाता है। ये दोवे ने यार सज्जे वाला लॉरेंस बिश्नोई ते यार विक्की। ओके दबदबा था शहर में, नो डाउट। ਲਾਰੈਂਸ ਇੱਕ ਵੱਖਰੇ ਰਾਹ ਤੇ ਚਲਾ ਗਿਆ, ਵਿੱਕੀ ਆਪਣੀ ਸਿਆਸਤ ਦੇ ਵਿੱਚ ਪੋਲਿਟਿਕਸ ਦੇ ਵਿੱਚ ਐਕਟਿਵ ਰਿਹਾ। अच्छा वो कहीं ना कहीं अपने जो दबंगई वाला और ये सारा चीज़ें छोड़ के पॉलिटिक्स की तरफ बढ़ रहे थे, लेकिन उनके संपर्क इन सब से थे, लॉरेंस बिश्नोई वगैरह। ठीक हो गया। Vicky Mitu Kheda, Goldie Brat, Lawrence Bishnoi, they were a bunch of youngsters who were moving together. Goldie Brat aa gaya. Goldie Brat is believed to be involved in several incidents where Lawrence Bishnoi and many other gangs, the college groups would clash, and Goldie Brat used to be a muscle man. Those were not the times when they could be actually termed as gangsters, but they were the young guys who had just gone stray. Lawrence was a little more, violent tendency. लड़ाई करने में थोड़ा तेज था। ठीक है। He got into the crime in the early 2011-12. Till such time he was a normal एक स्टूडेंट था, फिर नॉर्मल एक धीरे से नॉर्मल क्रिमिनल बन गया। ਲਾਰੈਂਸ ਬਿਸ਼ਨੋਈ ਦੇ ਜਿਹੜੇ ਵੀ ਇਨੀਸ਼ੀਅਲ ਉਸ ਦੇ ਖਿਲਾਫ ਕੇਸ ਹੋਏ ਨੇ ਉਹ ਸਾਰੇ ਸਟੂਡੈਂਟ ਪੋਲਿਟਿਕਸ, ਸਟੂਡੈਂਟ ਇਲੈਕਸ਼ਨਸ, ਕਿਸੇ ਰਾਈਵਲ ਸਟੂਡੈਂਟ ਲੀਡਰ ਨੂੰ ਮਾਰਨਾ, ਕੁੱਟਣਾ, ਕਿਡਨੈਪ ਕਰਨਾ, ਨੁਕਸਾਨ ਪਹੁੰਚਾਉਣਾ, ਉਹਦੇ ਸਪੋਰਟਰ ਨੂੰ ਨੁਕਸਾਨ ਪਹੁੰਚਾਉਣਾ। He got lodged in the jail. And that is from where they start. And while you go to the jails, you end up mixing up with other criminals, and that is how it starts. From campus to jails, which are considered to be the final universities where you actually learn about crime. Then एक बार जेल चला गया, क्राइम हो गया, then he started getting involved in it. तो अपना ग्रुप बन गया, इसके साथ हरियाणा के कुछ इसके आजू बाजू के लड़के उसके साथ जुड़ गए। जैसे ही इसके साथ इसने मतलब इनके जो इंटर गैंग हो गया, तो फिर नेचुरली उसको अपने सर्वाइवल के लिए उसको पैसे चाहिए, तो इनको दे नीड मोर मैन पावर, दे नीड मोर फ्लो ऑफ वेपन्स, तो उसके लिए पैसा चाहिए। तो पैसा लेने के लिए आपको एक्सटॉर्शन या क्राइम में जाना ही पड़ेगा। So while Lawrence Bishnoi sits in jail, Goldie Brar handles the gang from abroad. Goldie is the guy who claimed to have ordered Sidhu's killing. So if anyone knows why Sidhu was killed, it's Goldie Brar. Anyone knows? Hold But up. the problem is, no one knows where he is. ਪਿੱਛੇ ਕਰਕੇ ਆਇਆ, ਕੈਨੇਡਾ ਵਿੱਚ ਆਇਆ, ਫਿਰ ਪਹਿਲਾਂ ਇੰਡੀਆ ਆਇਆ, ਫਿਰ ਆਂਦੇ ਕੈਨੇਡਾ ਵਿੱਚ ਆਇਆ, ਫਿਰ ਕੈਨੇਡਾ ਵਿੱਚੋਂ ਵੀ ਨੱਸ ਗਿਆ। ਜੇ ਫੜਨਾ ਚਾਹਣ ਨਾ, ਸਹੀ ਦੱਸਾਂ, ਜੇ ਫੜਨਾ ਚਾਹਣ ਇਹਨੂੰ ਇੱਕ ਦਿਨ ਵਿੱਚ ਫੜ ਸਕਦੇ ਨੇ, ਬਟ ਨਹੀਂ ਫੜਨਾ ਚਾਹੁੰਦੇ ਉਹ। ਉਹਨਾਂ ਨੂੰ ਪਤਾ ਕੀ ਹੋਵੇਗਾ। Goldie Brar calls. Hi Ashleen, it's me Goldie Brar. What the hell? ਐਨੇ ਐਸ਼ਲੀਨ ਨੇ ਸਾਰਿਆਂ ਦੇ ਨੰਬਰ ਰੱਖੇ ਨੇ ਬਾਈ, ਸਾਰੇ ਗੈਂਗਸਟਰਾਂ ਦੇ ਐਨੇ ਨੰਬਰ ਰੱਖੇ ਨੇ। ਮੇ ਵੀ ਕੁੜੀ ਇਹ ਕਰਕੇ ਤਾਂ ਕਰਕੇ ਇਹਦੇ ਪਿੱਛੇ ਨੱਸਦੇ ਪਏ ਹੋਣ, ਪਰ ਇਹ ਨਾ ਹੋਇਆ ਇਹਦਾ ਵੀ ਨੰਬਰ ਲੱਗ ਜਾਏ। ਬਟ ਦੈਟਸ ਕ੍ਰੇਜ਼ੀ ਕਿ ਮਤਲਬ ਇਹ ਉਹਦੇ ਕੌਂਟੈਕਟ ਵਿੱਚ ਮਤਲਬ ਨਾ ਜਿਵੇਂ ਸਮਝ ਰਹੇ ਹੋ ਨਾ, ਇਹਨਾਂ ਦੋਵਾਂ ਦਾ ਕਨੈਕਸ਼ਨ ਬਣ ਗਿਆ।
ਇਹ ਮਤਲਬ ਇਹ ਆਈ ਗੈਸ ਇੰਟਰਵਿਊ ਦੇ ਲਈ ਉਹਨੂੰ ਉਹਦੇ ਕੋਲ ਜਾ ਸਕਦੇ ਆ, ਉਹਦਾ ਨੰਬਰ ਲੱਭ ਸਕਦੇ ਆ, ਅਤੇ ਪੁਲਿਸ ਕੋਲੋਂ ਕੁਝ ਨਹੀਂ ਹੋ ਰਿਹਾ, ਨਾ ਉਹਨੂੰ ਟਰੈਕ ਕਰ ਪਾ ਸਕਦੇ ਆ, ਨਾ ਉਹਨਾਂ ਨੂੰ ਸਮਝ ਆ ਰਿਹਾ ਇਹਦਾ ਨੰਬਰ ਕੀ ਹੈ, ਨਾ ਉਹਨੂੰ ਪਤਾ ਲੱਗ ਰਿਹਾ ਕਿੱਥੇ ਵੇ ਇਸ ਟਾਈਮ ਉਹ ਭਰਾਵਾ ਇੰਗਲਿਸ਼ ਨਾ ਬੋਲ ਜੇ ਨਹੀਂ ਬੋਲਣਾ ਆਉਂਦੀ ਭਰਾ ਤੇ ਨਾ ਸੋਰੀ ਉਹਦੇ ਲਈ ਭਰਾ ਤੇ ਅੱਲਾ ਕਿਸੇ ਦਾ ਨਾ ਦੇ ਐਸਾ ਬਟ ਮਤਲਬ ਇੰਗਲਿਸ਼ ਨਹੀਂ ਬੋਲਣਾ ਆਉਂਦੀ ਨਾ ਬੋਲ ਮੈਨੂੰ ਜਦੋਂ ਸਿੱਧੂ ਦਾ ਇੰਸੀਡੈਂਟ ਆਇਆ ਹੋਇਆ ਆ ਉਸ ਤੋਂ ਬਾਅਦ ਕੁਝ ਲੋਕੀ ਵੀ ਕਹਿ ਰਹੇ ਤੇ ਗੋਲਡੀ ਬਰਾੜ ਨੇ ਇਹ ਸਟੇਟਮੈਂਟ ਵੀ ਕਾਇੰਡ ਆਫ ਪਾਈ ਹੋਈ ਫੇਸਬੁੱਕ ਦੇ ਉੱਤੇ ਕਿ ਇਹਦਾ ਜਿਹੜਾ ਪੂਰਾ ਸਾਡਾ ਹਿਸਾਬ ਜਿਹੜੀ ਹੋਈ ਹੈ ਮਰਡਰ ਹੋਇਆ ਹੈ ਸਿੱਧੂ ਮੂਸੇਵਾਲਾ ਦਾ ਉਹ ਆਪਾਂ ਮੈਂ ਰਿਸਪੋਂਸੀਬਿਲਿਟੀ ਉਹਦੀ ਲੈਣਾ ਵਾ। ਇਹ ਉਹਨੇ ਅਪਲੋਡ ਕੀਤਾ ਹੈ ਫੇਸਬੁੱਕ ਦੇ ਉੱਤੇ ਅਤੇ ਉਹਦੇ ਵਿੱਚ ਉਹਨੇ ਕਾਇੰਡ ਆਫ ਆਖਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਉਹਨਾਂ ਦਾ ਕੋਈ ਬੰਦਾ ਮਰਵਾਇਆ ਆ ਜਾਂ ਮਾਰਿਆ ਆ ਅਤੇ ਉਹਦਾ ਬਦਲਾ ਲੈਣ ਦੇ ਲਈ ਠੀਕ ਹੈ ਅਤੇ ਉਹਨਾਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਠੀਕ ਹੈ ਔਰ ਉਹਨਾਂ ਦਾ ਕੋਈ ਮਤਲਬ ਨਹੀਂ ਆਇਆ ਕੰਮ ਕਰਨ ਤੋਂ ਪਰ ਵੇਖੋ ਕੀ ਆਉਂਦਾ ਹਾਂ So yeah, I'm gonna tell you some incidents I know about. ਅੱਛਾ ਹੁਣ ਇੱਥੇ ਹੁਣ ਛੱਡ ਦੇਣ ਦੇ ਨਾ ਮਤਲਬ ਸਸਪੈਂਸ ਕਮਿੰਗਨੈਸ गाड़ी बाहर निकल रही है ये लोग बाहर खड़े थे Sidhu said Lawrence Bishnoi called me. अच्छा Lawrence called him from jail. ਕੋਈ ਵੀ ਹੋਵੇ ਮੂਰੇ ਕਿਸੇ ਦਾ ਡਰ ਪੈ ਨਹੀਂ ਹੈਗਾ told me he said he just ਇਹ ਅਗਲੀ ਐਪੀਸੋਡ ਵਿੱਚ ਵੇਖਾਂਗੇ ਇਹ ਕਮਿੰਗ ਅਪ ਨੈਕਸਟ ਡੇ ਸਮਝ ਰਹੇ ਹੋ ਨਾ ਬਟ ਅੱਛਾ ਜੀ ਇਹ ਜੀ ਪਹਿਲਾ ਪਾਰਟ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਦੇ ਵਿੱਚੋਂ ਤੁਸੀਂ ਵੇਖਿਆ BBC ਸਰਵਿਸ ਵਰਲਡ ਸਰਵਿਸ ਦੇ ਵੱਲੋਂ ਆਈ ਹੈ ਡਾਕੂਮੈਂਟਰੀ ਕਿ ਮੈਂ ਚੈਨਲ ਦੇ ਵੀਡੀਓ ਦੇ ਸ਼ੁਰੂ ਵਿੱਚ ਆਖਿਆ ਆ ਕਿ ਇਹਨਾਂ ਦੇ ਮੌਜੂਦਾ ਇਹਨਾਂ ਦੇ ਪੇਰੈਂਟਸ ਦਾ ਨਹੀਂ ਦਿਲ ਆਇਆ ਕਿ ਡਾਕੂਮੈਂਟਰੀ ਰਿਲੀਜ਼ ਕੀਤੀ ਜਾਵੇ ਐਟਲੀਸਟ ਆਈਏ ਨਾ ਰਿਲੀਜ਼ ਕੀਤੀ ਜਾਏ ਮੇ ਵੀ ਥੋੜੀ ਦੇਰ ਤੱਕ ਕੁਝ ਮਹੀਨਿਆਂ ਤੱਕ ਜਾਂ ਮੇ ਵੀ ਲੇਟਰ ਥੋੜੀ ਰਿਲੀਜ਼ ਕਰ ਦੇ ਕਿਉਂਕਿ ਉਹਨਾਂ ਦਾ ਆਪਣੇ ਉਹ ਲੜ ਰਿਹਾ ਇਹਦੇ ਕੇਸ ਦੇ ਲਈ ਸਾਰਾ ਹਿਸਾਬ ਸੋ ਉਹ ਕੇਸ ਦੇ ਵਿੱਚ ਕੋਈ ਪੰਗਾ ਪਾ ਸਕਦੀ ਆਈ ਕਿ ਸਾਰੇ ਲੋਕ ਗੱਲਾਂ ਕਰ ਰਿਹਾ ਇਹ ਹੋਇਆ ਇਹ ਨਹੀਂ ਹੋਇਆ ਸਾਰਾ ਹਿਸਾਬ ਸੋ ਪਹਿਲੇ ਪਾਰਟ ਦੇ ਬਾਰੇ ਮੈਂ ਦੱਸਾਂ ਡਾਕੂਮੈਂਟਰੀ ਇਜ਼ ਗੁੱਡ ਆਈ ਲਾਈਕ ਕਿ ਉਹਨਾਂ ਕੁਝ ਮੋਸਟ ਆਫ ਚੀਜ਼ਾਂ ਕਾਇੰਡ ਆਫ ਮੈਨੂੰ ਲੱਗ ਰਿਹਾ ਸਹੀ ਵਿਖਾ ਰਿਹਾ ਬਟ ਸਟਿਲ ਆਈ ਫੀਲ ਲਾਈਕ ਉਹਦੇ ਵਿੱਚ ਕੁਝ ਲੋਕੀ ਨੇ ਜਿਹੜੇ ਆਈ ਫੀਲ ਲਾਈਕ ਜਿਹੜੇ ਡਾਕੂਮੈਂਟਰੀ ਦੇ ਵਿੱਚ ਵੀ ਨਹੀਂ ਹੋਣੇ ਚਾਹੀਦੇ ਆ ਜਿਨ੍ਹਾਂ ਉਹਨੂੰ ਕਾਇੰਡ ਆਫ ਧੋਖਾ ਦਿੱਤਾ ਅਤੇ ਫਿਰ ਨਿਕਲ ਗਏ ਭੈੜੀਆਂ ਗੱਲਾਂ ਆਖੀਆਂ ਫਿਰ ਜਦੋਂ ਉਹ ਮਰ ਗਿਆ ਤਾਂ ਚੰਗੀਆਂ ਗੱਲਾਂ ਆਖਣ ਲੱਗ ਪਏ ਅਤੇ ਹੁਣ ਉਹਨਾਂ ਨੂੰ ਡਾਕੂਮੈਂਟਰੀ ਵਿੱਚ ਲੈ ਲਿਆ ਆਈ ਗੈਟ ਇਟ ਕਿਉਂਕਿ ਉਹਨਾਂ ਉਹਦੇ ਨਾਲ ਕੰਮ ਕੀਤਾ ਸੋ ਜਸਟ ਵਾਂਟਡ ਟੂ ਨੋ ਕਿ ਉਹਨਾਂ ਦਾ ਐਕਸਪੀਰੀਅੰਸ ਕੈਸਾ ਰਿਹਾ ਸਿੱਧੂ ਮੂਸੇਵਾਲਾ ਦੇ ਨਾਲ ਅਤੇ ਇਸ ਕ੍ਰੇਜ਼ੀ ਕਿ ਜਰਨਲਿਸਟ ਗੋਲਡੀ ਬਰਾੜ ਦੇ ਨਾਲ ਗੱਲ ਕਰ ਸਕੀਏ ਗੱਲ ਕਰ ਸਕੀਏ ਅਤੇ ਆਈ ਮੇ ਬੀ ਅਗਲੀ ਐਪੀਸੋਡ ਦੇ ਵਿੱਚ ਆਈ ਥਿੰਕ ਸਾਡੀ 2 ਹੀ ਐਪੀਸੋਡ ਨਹੀਂ ਮੈਨੂੰ ਲੱਗਦਾ ਅਤੇ ਅਗਲੀ ਐਪੀਸੋਡ ਵਿੱਚ ਆਈ ਐਮ ਸ਼ੋਰ ਗੋਲਡੀ ਬਰਾੜ ਦੱਸੇਗਾ ਫੋਨ ਦੇ ਉੱਤੇ ਕਿ ਉਹਨੇ ਕਿਉਂ ਕੀਤਾ ਅਤੇ ਕਿੰਝ ਉਹਨੇ ਕੀਤਾ ਅਤੇ ਲੱਗ ਰਿਹਾ ਇੰਝ ਕਿ ਉਹਨੇ ਫੋਨ ਕੀਤਾ ਮੂਸੇਵਾਲ ਨੂੰ ਠੀਕ ਹੈ ਅਤੇ ਆਈ ਗੈਸ ਮੂਸੇਵਾਲਾ ਇੱਕ FU ਆਈ ਡੋਂਟ ਗਿਵ ਅ ਫੱਕ ਠੀਕ ਹੈ ਜੋ ਮਰਜ਼ੀ ਕਰਨਾ ਕਰ ਲਓ ਠੀਕ ਹੈ ਤਾਂ ਆਪਾਂ ਬਸ ਰੱਬ ਕੋਲੋਂ ਡਰਨੇ ਆ ਸਮਝ ਰਹੇ ਹੋ ਨਾ ਅਤੇ ਫਿਰ ਮੂਸੇਵਾਲਾ ਨਿਕਲ ਗਿਆ ਆਪਣੀ ਥਾਂ ਦੇ ਉੱਤੇ ਅਤੇ ਉੱਥੇ ਫਿਰ ਉਹਨਾਂ ਬੰਦੇ ਟੋਰੇ ਆਈ ਡੋਂਟ ਨੋ ਪਰ ਅੱਗੇ ਪਤਾ ਲੱਗ ਜਾਏਗਾ ਮਾੜਾ ਮੋਟਾ ਬਟ ਓਵਰਆਲ ਜਨਾਬ ਇਹ ਜੀ ਪਹਿਲੀ ਐਪੀਸੋਡ ਐਸ ਸਿੱਧੂ ਮੂਸੇਵਾਲੇ ਦੇ ਮਰਡਰ ਦੀ ਡਾਕੂਮੈਂਟਰੀ ਦੀ ਅਤੇ ਵੇਖਨੇ ਅਗਲੀ ਐਪੀਸੋਡ ਕੈਸੀ ਹੁੰਦੀ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਣੀ ਹੈ ਠੀਕ ਹੈ ਅਤੇ ਦੈਟਸ ਇਟ ਫॉर ਦਿਸ ਵੀਡੀਓ ਮੈਂ ਤੁਹਾਨੂੰ ਵੇਖਾਂਗਾ ਅਗਲੀ ਵੀਡੀਓ ਦੇ ਵਿੱਚ ਅੰਟਿਲ ਦੈਨ अस्सलाम वालेकुम।